ਸ਼ਬਦ ਵਿਚਾਰ। ਅੱਜ ਦੇ ਪਾਵਨ ਸ਼ਬਦ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਪੰਚਮ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਕੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 101 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਜੀ ਆਪਣਾ ਜ਼ਿਕਰ ਕਰਦਿਆਂ ਜਗਤ ਦੇ ਹਰ ਇੱਕ ਪ੍ਰਾਣੀ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਕਿਤੇ ਸਾਡੀ ਇਹ ਜ਼ਿੰਦਗੀ, ਸਾਡੇ ਜੀਵਨ ਵਿੱਚ ਜੋ ਸਾਨੂੰ ਇਹ ਜੀਵਨ ਵਿੱਚ ਉਮਰ ਮਿਲੀ ਹੈ, ਇਹ ਸਾਰੀ ਉਮਰ ਸਾਰੀ ਜ਼ਿੰਦਗੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਅਜਾਈਂ ਹੀ ਨਾ ਚਲੀ ਜਾਏ। ਐਸੀ ਕਿਰਪਾ ਐਸੀ ਬਖਸ਼ਿਸ਼ ਸਾਡੇ ਤੇ ਹੋ ਜਾਏ ਕਿ ਜਿੰਨੀ ਵੀ ਸਾਡੀ ਉਮਰ ਹੈ, ਜਿੰਨਾ ਵੀ ਸਾਡਾ ਜੀਵਨ ਹੈ, ਇਹ ਸਾਰਾ ਜੀਵਨ ਸਾਰੀ ਉਮਰ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਿਆਂ ਹੀ ਬਤੀਤ ਹੋਵੇ। ਹੁਣ ਕਿੰਨਾ ਸਾਡਾ ਜੀਵਨ, ਕਿੰਨੀ ਕੁ ਉਮਰ ਅਸੀਂ ਸੰਸਾਰ ਵਿੱਚ ਭੋਗਣੀ ਹੈ, ਇਹਦਾ ਸਾਨੂੰ ਗਿਆਨ ਨਹੀਂ, ਇਹਦੀ ਸਾਨੂੰ ਸੋਝੀ ਨਹੀਂ। ਕਿਉਂਕਿ ਜਿਸ ਸੰਸਾਰ ਵਿੱਚ ਅਸੀਂ ਜੀ ਰਹੇ ਹਾਂ, ਸਾਨੂੰ ਇਹ ਸੰਸਾਰ ਦਿਖਾਈ ਦੇ ਰਿਹਾ ਹੈ, ਪਰ ਸਾਨੂੰ ਆਪਣਾ ਆਪਾ ਦਿਖਾਈ ਨਹੀਂ ਦੇ ਰਿਹਾ ਕਿ ਅਸੀਂ ਕਿੰਨਾ ਸਮਾਂ ਸੰਸਾਰ ਵਿੱਚ ਜਿਉਣਾ ਹੈ। ਸਾਡੀ ਜ਼ਿੰਦਗੀ ਦੀ ਖੇਡ ਕਦੋਂ ਮੁੱਕ ਜਾਣੀ ਹੈ। ਇਸ ਲਈ ਮਹਾਰਾਜ ਕਹਿੰਦੇ ਤੂੰ ਇਹ ਨਾ ਸੋਚ ਵੀ ਹਜੇ ਬੜੀ ਉਮਰ ਪਈ ਹੈ। ਸਾਰੀ ਉਮਰ ਉਸ ਮਾਲਕ ਦੇ ਗੁਣ ਗਾਉਣੇ ਆ, ਪਰ ਅਜੇ ਤਾਂ ਉਮਰ ਬਹੁਤ ਹੈ। ਇਹ ਭੁਲੇਖੇ ਵਿੱਚ ਕਿਤੇ ਤੇਰਾ ਜੀਵਨ ਦਾ ਸਮਾਂ ਅਜਾਈਂ ਨਾ ਚਲਾ ਜਾਏ। ਇੱਥੇ ਤਾਂ ਜਿਹੜਾ ਸਾਹ ਅੰਦਰ ਭਰਿਆ ਹੈ, ਉਹ ਸਾਹ ਭਰਿਆ ਹੋਇਆ ਬਾਹਰ ਆਉਣਾ ਵੀ ਹੈ ਕਿ ਨਹੀਂ, ਇੰਨੀ ਵੀ ਉਮੀਦ ਨਹੀਂ। ਜਿਹੜਾ ਸਾਹ ਸਾਡਾ ਬਾਹਰ ਨਿਕਲਿਆ ਭਰ ਕੇ,
ਅਸੀਂ ਉਹ ਸਾਹ ਅੰਦਰ ਲੈਣਾ ਵੀ ਹੈ ਕਿ ਨਹੀਂ। ਇੱਕ ਦਮ, ਇੱਕ ਸਵਾਸ ਦਾ ਵੀ ਸਾਨੂੰ ਭਰੋਸਾ ਨਹੀਂ। ਭਾਵੇਂ ਅਸੀਂ 20 ਸਾਲ, 50 ਸਾਲ, 70 ਸਾਲ ਹੋਰ ਜੀਵਨ ਆਪਣਾ ਜਿਉ ਲਈਏ, ਪਰ ਅਸੀਂ ਇਹ ਮੰਨ ਕੇ ਚੱਲਣਾ ਹੈ ਕਿ ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਮਤਾਂ ਅਗਲਾ ਸਾਹ ਜੀਵਨ ਵਿੱਚ ਆਉਣਾ ਵੀ ਹੈ ਕਿ ਨਹੀਂ ਆਉਣਾ, ਇਹ ਭਾਵੇਂ ਸਾਨੂੰ 50 ਸਾਲ ਹੋਰ ਅੱਗੇ ਲੈ ਜਾਏ। ਪਰ ਇੱਥੇ 5 ਪਲਾਂ ਦੀ ਵੀ ਅਸੀਂ ਉਮੀਦ ਰੱਖ ਕੇ ਨਹੀਂ ਚੱਲਣੀ। 5 ਵੀ ਬਹੁਤੇ ਨੇ। ਮਹਾਰਾਜ ਨੇ ਤੇ ਆਖਿਆ ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਸਾਡਾ ਜੀਵਨ ਹੈ। ਬਸ ਇਹ ਸੋਚ ਕੇ ਚੱਲੀਏ ਵੀ ਜਿੰਨਾ ਸਮਾਂ ਲੰਘ ਗਿਆ ਠੀਕ ਹੈ, ਪਰ ਜਿੰਨਾ ਸਮਾਂ ਅਗਲੇਰਾ ਸਾਨੂੰ ਮਿਲਣਾ ਹੈ ਉਹ ਸਮਾਂ ਸਾਡਾ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਿਆਂ ਬਤੀਤ ਹੋਵੇ, ਔਰ ਧਿਆਉਣ ਵਾਲੀ ਅਵਸਥਾ ਵੀ ਐਸੀ ਹੋਵੇ ਕਿ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਅਸੀਂ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਹੈ। ਜੇ ਅਸੀਂ ਕਹੀਏ ਵੀ ਕੁਝ ਸਮਾਂ ਧਿਆ ਲਿਆ ਤੇ ਠੀਕ ਹੈ, ਪਰ ਜੇ ਦੇਖਾਂਗੇ ਤੇ ਸਾਡੀ ਸਾਰੀ ਰਾਤ ਤਾਂ ਸੁੱਤਿਆਂ ਲੰਘ ਜਾਂਦੀ ਹੈ। ਦਿਨ ਸਾਡਾ ਦੁਨੀਆ ਦੇ ਕੰਮਾਂ ਕਾਜਾਂ ਵਿੱਚ ਬਤੀਤ ਹੋ ਜਾਂਦਾ ਹੈ। ਕੁਝ ਕੁ ਸਮਾਂ ਸਾਡਾ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਹੈ, ਪਰ ਕੇਵਲ ਇੱਥੇ ਤੱਕ ਸੀਮਤ ਨਹੀਂ ਰਹਿਣਾ। ਇੱਕ ਦਿਨ ਬੇਨਤੀ ਕੀਤੀ ਸੀ ਵੀ ਅਸੀਂ ਚੱਲਣਾ ਹੈ ਨੇਮ ਤੋਂ, ਆਪਣਾ ਨੇਮ ਬਣਾ ਕੇ ਚੱਲਣਾ ਹੈ। ਸਵੇਰੇ ਸ਼ਾਮ ਦਾ ਅਸੀਂ ਨੇਮ ਬਣਾ ਕੇ ਚੱਲਣਾ ਹੈ, ਪਰ ਸਾਰੀ ਜ਼ਿੰਦਗੀ ਨੇਮ ਤੇ ਹੀ ਨਹੀਂ ਟਿਕੇ ਰਹਿਣਾ। ਉਸ ਨੇਮ ਤੋਂ ਅੱਗੇ ਪ੍ਰੇਮ ਤੱਕ ਜਾਣਾ ਹੈ। ਤੇ ਜਦੋਂ ਅਸੀਂ ਆਪਣੇ ਨੇਮ ਤੋਂ, ਨਿਤ ਨੇਮ ਤੋਂ ਪ੍ਰੇਮ ਦਾ ਸਫ਼ਰ ਤੈਅ ਕਰ ਲਾਂਗੇ, ਫਿਰ ਉੱਥੇ ਕੋਈ ਸਮੇਂ ਦੀ ਲਿਮਟ ਨਹੀਂ ਹੈ। ਹੁਣ ਤੇ ਸਾਡਾ ਨਿਤ ਦਾ ਨੇਮ ਇੱਕ ਲਿਮਟ ਵਿੱਚ ਹੁੰਦਾ ਨਾ, ਵੀ ਇੰਨੇ ਸਮੇਂ ਵਿੱਚ ਮੈਂ ਆਹ ਨਿਤਨੇਮ, ਇਹ ਬਾਣੀਆਂ ਦਾ ਪਾਠ ਕਰਨਾ ਹੈ। ਪਰ ਜਦੋਂ ਸਾਡੇ ਅੰਦਰ ਨੇਮ ਤੋਂ ਪ੍ਰੇਮ ਆ ਜਾਏਗਾ, ਫਿਰ ਅਨਲਿਮਟ ਹੈ। ਫਿਰ ਉਹ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਪਰਮੇਸ਼ਵਰ ਨੂੰ ਧਿਆਉਣਾ ਹੈ। ਫਿਰ ਸਰੀਰ ਭਾਵੇਂ ਸੁੱਤਾ ਹੋਵੇ, ਜਿਹੜਾ ਧਿਆਉਣ ਵਾਲਾ ਸਿਸਟਮ ਹੈ ਉਹ ਅੰਦਰ ਚੱਲਦਾ ਰਹਿੰਦਾ ਹੈ। ਸਰੀਰ ਭਾਵੇਂ ਕੰਮਾਂ ਕਾਜਾਂ ਵਿੱਚ ਰੁੱਝਿਆ ਹੋਵੇ, ਪਰ ਜਿਹੜਾ ਅੰਦਰ ਧਿਆਉਣ ਵਾਲਾ ਸਿਸਟਮ ਉਹ ਚੱਲਦਾ ਰਹਿੰਦਾ ਹੈ। ਇਸ ਲਈ ਭਗਤ ਸਾਹਿਬਾਨ ਨੇ ਜੁਗਤੀ ਦਿੱਤੀ, ਆਪਾਂ ਬੜੀ ਵਾਰ ਵਿਚਾਰਿਆ, ਤੁਸੀਂ ਪਾਠ ਕਰਦੇ ਹੋ, ਸੁਣਦੇ ਹੋ, ਵੀ ਅਸੀਂ ਇਸ ਅਵਸਥਾ ਵਿੱਚ ਜਾਣਾ ਹੈ। ਇਹ ਪ੍ਰੇਮ ਦੀ ਅਵਸਥਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੁਣ ਚੀਤ ਜਿੱਥੇ ਚੇਤੇ ਹੈ, ਸਾਨੂੰ ਹਰ ਵੇਲੇ ਉਹ ਚੇਤੇ ਰਹਿਣਾ ਚਾਹੀਦਾ ਹੈ। ਇਹ ਵੀ ਬੜੀ ਵਾਰ ਜ਼ਿਕਰ ਹੋ ਚੁੱਕਾ ਕਿ ਰਾਤ ਗੂੜੀ ਨੀਂਦ ਸੁੱਤੇ ਸੀ, ਇੰਨੀ ਗੂੜੀ ਨੀਂਦ ਸੁੱਤੇ ਸੀ ਕਿ ਬਾਹਰੋਂ ਆਵਾਜ਼ਾਂ ਵੀ ਪੈਂਦੀਆਂ ਸੀ, ਪਰ ਸੁਣਾਈ ਕੁਝ ਨਹੀਂ ਦਿੱਤਾ। ਇੰਨੀ ਗੂੜੀ ਨੀਂਦ ਸੁੱਤਾ ਸੀ ਵੀ ਜਦੋਂ ਸਵੇਰੇ ਉੱਠਿਆ ਤੇ ਨਾਲਦਿਆਂ ਨੇ ਆਖਿਆ ਵੀ ਤੂੰ ਇੰਨੀ ਗੂੜੀ ਨੀਂਦ ਸੁੱਤਾ ਹੈ, ਤੈਨੂੰ ਅਸੀਂ ਆਵਾਜ਼ਾਂ ਮਾਰ ਮਾਰ ਕੇ ਥੱਕ ਗਏ, ਤੂੰ ਨਹੀਂ ਉੱਠਿਆ। ਪਰ ਉਹੀ ਇਨਸਾਨ ਕਹਿੰਦਾ ਵੀ ਰਾਤ ਮੈਨੂੰ ਇੱਕ ਸੁਪਨਾ ਆਇਆ ਸੀ, ਰਾਤ ਮੈਂ ਆਪਣੇ ਸੁਪਨੇ ਵਿੱਚ ਸੀਨ ਦੇਖਿਆ। ਉਹ ਪੂਰਾ ਸੀਨ ਦੱਸ ਦਿੰਦਾ ਹੈ, ਜੋ ਜੋ ਸੁਪਨੇ ਵਿੱਚ ਬੋਲਿਆ, ਗੱਲਾਂ ਕੀਤੀਆਂ, ਉਹ ਸਾਰੀਆਂ ਦੱਸ ਦਿੰਦਾ ਹੈ। ਹੈਰਾਨੀ ਵਾਲੀ ਗੱਲ ਕਿ ਨਾਲ ਦਾ ਕਹਿੰਦਾ ਵੀ ਮੈਂ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਥੱਕ ਗਿਆ, ਤੂੰ ਮੇਰੀ ਇੱਕ ਆਵਾਜ਼ ਨਹੀਂ ਸੁਣੀ। ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਲੱਗਾ ਤੂੰ ਮੈਨੂੰ ਕਦੋਂ ਆਵਾਜ਼ਾਂ ਮਾਰੀਆਂ। ਜਿਹੜਾ ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਤੂੰ ਮੈਨੂੰ ਕਦੋਂ ਉਠਾਉਂਦਾ ਸੀ, ਆਵਾਜ਼ਾਂ ਮਾਰਦਾ ਸੀ, ਪਰ ਉਹਨੂੰ ਇਹ ਪਤਾ ਹੈ ਵੀ ਮੈਂ ਸੁਪਨੇ ਵਿੱਚ ਕੀ ਵੇਖਿਆ।
ਕਿਹੜੇ ਬੋਲ ਮੈਂ ਸੁਣੇ ਨੇ, ਕਿਹੜੇ ਬੋਲ ਬੋਲਿਆ, ਕੱਲੀ ਕੱਲੀ ਗੱਲ ਉੱਠ ਕੇ ਦੱਸ ਦਿੰਦਾ ਹੈ। ਉਹ ਕੀ ਹੈ? ਉਹ ਚੀਤ ਹੀ ਤੇ ਹੈ, ਉਹਨੂੰ ਚਿੱਤ ਕਹਿੰਦੇ ਆ। ਇਹਦਾ ਮਤਲਬ ਸਰੀਰ ਸੁੱਤਾ ਪਿਆ ਗੂੜੀ ਨੀਂਦ ਵਿੱਚ, ਪਰ ਚਿੱਤ ਆਪਣਾ ਜੋ ਉਹਨੂੰ ਚੇਤੇ ਹੈ, ਜੋ ਉਹ ਕਾਰਜ ਕਰਨਾ ਉਹ ਕਰੀ ਜਾ ਰਿਹਾ ਹੈ। ਸੁੱਤਾ ਪਿਆ ਗੂੜੀ ਨੀਂਦ ਵਿੱਚ ਬੰਦਾ ਸਾਹ ਵੀ ਤੇ ਲੈ ਹੀ ਰਿਹਾ ਨਾ, ਸਾਹ ਵੀ ਤੇ ਚੱਲਦਾ ਹੀ ਹੈ। ਬਸ ਆਹ ਸਿਸਟਮ ਬਣਾਉਣਾ ਹੈ ਕਿ ਜੇ ਸਰੀਰ ਕਰਕੇ ਸੁੱਤਾ ਵੀ ਹੈ ਪਰ ਅੰਦਰ ਉਹਦਾ ਧਿਆਉਣਾ ਚੱਲਦਾ ਰਹਿਣਾ ਚਾਹੀਦਾ ਹੈ। ਪਰ ਇਹ ਨੇਮ ਦੇ ਵਿੱਚ ਨਹੀਂ, ਇਹ ਪ੍ਰੇਮ ਦੀ ਅਵਸਥਾ ਵਿੱਚ ਹੋਣਾ ਹੈ। ਅਸੀਂ ਗੁਰਬਾਣੀ ਦੇ ਨਾਲ ਪ੍ਰੇਮ ਪਾਉਣਾ ਹੈ। ਅਸੀਂ ਗੁਰਬਾਣੀ ਕੇਵਲ ਨੇਮ ਵਿੱਚ ਸੀਮਤ ਰਹਿ ਕੇ ਨਹੀਂ, ਅਸੀਂ ਗੁਰਬਾਣੀ ਦੇ ਨਾਲ ਪ੍ਰੇਮ ਪਾਉਣਾ ਹੈ, ਪਿਆਰ ਪਾਉਣਾ ਹੈ। ਔਰ ਜਿੰਨਾ ਗੂੜਾ ਪਿਆਰ ਸਾਡਾ ਗੁਰਬਾਣੀ ਨਾਲ ਪਏਗਾ, ਉਨੀ ਰਹਿਮਤ, ਉਨੀ ਬਖਸ਼ਿਸ਼ ਸਾਡੇ ਜੀਵਨ ਦੇ ਅੰਦਰ ਵਰਤੇਗੀ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਹੁਣ ਇਹ ਜਿਹੜਾ ਧਿਆਉਣਾ ਹੈ ਇਹ ਵੀ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋਣਾ। ਜੇ ਕਹੀਏ ਵੀ ਮੈਂ ਅਭਿਆਸ ਕਰਕੇ, ਮੈਂ ਨੇਮ ਤੋਂ ਪ੍ਰੇਮ ਤੱਕ ਪਹੁੰਚ ਕੇ ਮੈਂ ਸੁੱਤਿਆਂ ਵੀ ਉਹਦੀ ਆਰਾਧਨਾ ਕਰਾਂ, ਇਹ ਮੇਰੇ ਕਰਕੇ ਨਹੀਂ ਹੋਏਗਾ, ਇਹ ਉਸ ਮਾਲਕ ਦੀ ਕਿਰਪਾ ਦੇ ਕਰਕੇ ਹੋਣਾ ਹੈ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ, ਯਤਨ ਕਰੀ ਜਾਈਏ, ਅਭਿਆਸ ਕਰੀ ਜਾਈਏ, ਪਰ ਉਹਦੀ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਨੀ। ਫਿਰ ਸਾਡਾ ਅਭਿਆਸ, ਸਾਡਾ ਨੇਮ ਇਸ ਪ੍ਰਕਾਰ ਦਾ ਹੋਵੇ ਕਿ ਵਾਹਿਗੁਰੂ ਜੀ ਇਹ ਅਭਿਆਸ ਕਰਨ ਲੱਗਾ ਪਰ ਕਰਾਉਣਾ ਤੁਸੀਂ ਹੈ, ਨਿਤਨੇਮ ਕਰਨ ਲੱਗਾ ਪਰ ਕਰਾਉਣਾ ਤੁਸੀਂ ਹੈ, ਇਹ ਤੁਹਾਡੇ ਨਾਮ ਦਾ ਅਭਿਆਸ ਕਰਨ ਲੱਗਾ, ਕਰਾਉਣਾ ਤੁਸੀਂ ਹੈ। ਜਦੋਂ ਇਹ ਅਸੀਂ ਬਾਰ-ਬਾਰ ਆਖਾਂਗੇ ਫਿਰ ਉਸ ਮਾਲਕ ਦੀ ਕਿਰਪਾ ਹੋਏਗੀ। ਫਿਰ ਇੱਕ ਦਿਨ ਜਪ ਤੋਂ ਅਜੱਪਾ ਜਾਪ ਤੱਕ ਦਾ ਸਫ਼ਰ ਸਾਡਾ ਤੈਅ ਹੋ ਜਾਏਗਾ। ਤੋ ਗੁਰੂ ਮਹਾਰਾਜ ਜੀ ਕਹਿੰਦੇ ਪ੍ਰਭ ਕਿਰਪਾ ਤੇ ਹਰ ਹਰ ਧਿਆਵੋਂ, ਧਿਆਵੋਂ ਆਪਣੀ ਗੱਲ ਕਰ ਰਿਹਾ। ਹੁਣ ਆਪ ਪ੍ਰਤੱਖ ਪਰਮੇਸ਼ਵਰ ਦਾ ਰੂਪ ਨੇ, ਆਪ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤੀ ਦੀ ਮੂਰਤ ਨੇ, ਪਰ ਫਿਰ ਵੀ ਉਹਨਾਂ ਨੇ ਮੈਂ ਨਹੀਂ ਆਖਿਆ ਵੀ ਮੈਂ ਧਿਆਉਂਦਾ ਹਾਂ। ਉਹਨਾਂ ਨੇ ਆਖਿਆ ਪ੍ਰਭ ਕਿਰਪਾ ਤੇ, ਪ੍ਰਭੂ ਦੀ ਕਿਰਪਾ ਦੇ ਨਾਲ। ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਅੱਜ ਮੈਂ ਇੰਨਾ ਪਾਠ ਕੀਤਾ, ਅੱਜ ਮੈਂ ਇੰਨਾ ਪਾਠ ਕਰ ਲਿਆ। ਹੁਣ ਗੱਲ ਤੇ ਫਿਰ ਮੈਂ ਤੇ ਅਟਕ ਗਈ, ਤੇ ਜਿੱਥੇ ਮੈਂ ਹੈ ਉੱਥੇ ਕਿਰਪਾ ਨਹੀਂ ਹੋ ਸਕਦੀ, ਜਿੱਥੇ ਕਿਰਪਾ ਹੈ ਉੱਥੇ ਮੈਂ ਨਹੀਂ ਹੋ ਸਕਦੀ। ਇਸ ਲਈ ਪ੍ਰਭ ਕਿਰਪਾ ਤੇ ਹਰ ਹਰ ਧਿਆਵੋਂ, ਪ੍ਰਭੂ ਦੀ ਕਿਰਪਾ ਨਾਲ ਹਰੀ ਵਾਹਿਗੁਰੂ ਜੀ ਨੂੰ ਧਿਆਉਂਦਾ ਹਾਂ। ਜਦੋਂ ਮੈਂ ਵਾਹਿਗੁਰੂ ਜੀ ਨੂੰ ਧਿਆਉਣਾ ਹਾਂ, ਪ੍ਰਭੂ ਦਇਆ ਤੇ ਮੰਗਲ ਗਾਵੋਂ, ਪ੍ਰਭੂ ਜੀ ਮੇਰੇ ਤੇ ਬੜੀ ਦਇਆ ਕਰਦੇ ਨੇ, ਬੜੀ ਰਹਿਮਤ ਕਰਦੇ ਨੇ। ਔਰ ਜਿਹੜੇ ਖੁਸ਼ੀ ਦੇ ਬੋਲ ਨੇ ਗੁਰਬਾਣੀ ਵਿੱਚੋਂ ਉਹ ਮੈਂ ਗਾਉਂਦਾ ਹਾਂ, ਕਿਉਂਕਿ ਇਹਨੂੰ ਗੀਤ ਨਹੀਂ ਕਿਹਾ ਜਾ ਸਕਦਾ। ਕਈਆਂ ਨੇ ਅਰਥ ਕੀਤਾ ਮੰਗਲ ਗਾਵੋਂ, ਖੁਸ਼ੀ ਦੇ ਗੀਤ ਗਾਉਣਾ ਹਾਂ। ਤੇ ਜੇ ਅਸੀਂ ਕਹੀਏ ਖੁਸ਼ੀ ਦੇ ਗੀਤ ਗਾਉਣਾ, ਫਿਰ ਗੁਰਬਾਣੀ ਤਾਂ ਕਹਿੰਦੀ ਹੈ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਅਸੀਂ ਇਹਨੂੰ ਗੀਤ ਸਮਝ ਕੇ ਨਹੀਂ ਗਾਉਣਾ, ਤੇ ਨਾ ਹੀ ਇਹਨੂੰ ਅਸੀਂ ਗੀਤਾਂ ਦੀ ਤਰਜ਼ਾਂ ਦੇ ਉੱਤੇ ਗਾਉਣਾ ਹੈ, ਕਿਉਂਕਿ ਸਾਡੀ ਸੁਰਤ ਤਾਂ ਫਿਰ ਉਸ ਗੀਤ ਤੇ ਹੀ ਅਟਕ ਕੇ ਰਹਿ ਗਈ। ਅਸੀਂ ਨਾ ਗੀਤਾਂ ਦੀ ਜੇ ਸਾਨੂੰ ਗੁਰਬਾਣੀ ਮਹਾਰਾਜ ਨੇ ਦਿੱਤੀ ਹੈ ਤੇ ਰਾਗ ਦੇ ਆਧਾਰ ਤੇ ਦਿੱਤੀ ਹੈ, ਕਿਉਂਕਿ ਰਾਗ ਦਾ ਜਨਮ ਪ੍ਰੇਮ ਵਿੱਚੋਂ ਹੁੰਦਾ ਹੈ। ਪਹਿਲਾਂ ਹੀ ਜ਼ਿਕਰ ਕੀਤਾ ਕਿ ਅਸੀਂ ਪ੍ਰੇਮ ਤੱਕ ਪਹੁੰਚਣਾ ਹੈ, ਤੇ ਪ੍ਰੇਮ ਤੱਕ ਪਹੁੰਚਣ ਲਈ ਸਹਾਰਾ ਰਾਗ ਦਾ ਲੈਣਾ ਪਏਗਾ, ਕਿਉਂਕਿ ਰਾਗ ਦਾ ਜਨਮ ਪ੍ਰੇਮ ਵਿੱਚੋਂ ਹੁੰਦਾ ਹੈ। ਜੇ ਅਸੀਂ ਰਾਗ ਦੇ ਆਧਾਰ ਉੱਤੇ ਇਹ ਬ੍ਰਹਮ ਦੀ ਵਿਚਾਰ ਦੇ ਨਾਲ ਜੁੜਾਂਗੇ, ਇਹਦਾ ਗਾਇਨ ਜਦੋਂ ਅਸੀਂ ਕਰਾਂਗੇ ਤੇ ਸੱਚ ਜਾਣਿਓ ਪ੍ਰੇਮ ਆਪਣੇ ਆਪ ਅੰਦਰ ਬਣੇਗਾ। ਪਰ
ਸਮਾਂ ਐਸਾ ਹੈ, ਹਾਲਾਤ ਐਸੇ ਨੇ ਕਿ ਨਾ ਇਹਨੂੰ ਬ੍ਰਹਮ ਦੀ ਵਿਚਾਰ ਨੂੰ ਰਾਗ ਦੇ ਆਧਾਰ ਤੇ ਗਾਇਆ ਜਾਏ ਤੇ ਨਾ ਹੀ ਰਾਗ ਦੇ ਆਧਾਰ ਤੇ ਇਹਨੂੰ ਸੁਣਿਆ ਜਾਏ। ਠੀਕ ਹੈ, ਜਿਹੜੇ ਗਾਉਂਦੇ ਆ ਸੁਣਦੇ ਆ, ਮੁਬਾਰਕ ਹੈ ਉਹਨਾਂ ਨੂੰ, ਪਰ ਬਹੁਤਾਤ ਦੇ ਵਿੱਚ ਸਾਡਾ ਕੰਨ ਰਸ ਐਸਾ ਹੈ ਕਿ ਗੀਤਾਂ ਦੀ ਤਰਜ ਨਾ ਹੋਵੇ ਤੇ ਸਾਨੂੰ ਸ਼ਬਦ ਦਾ ਰਸ ਨਹੀਂ ਆਉਂਦਾ। ਅਸੀਂ ਕਹਿੰਦੇ ਹਾਂ ਵੀ ਅੱਜ ਆਹ ਜਿਹੜਾ ਰਾਗ ਵਿੱਚ ਸ਼ਬਦ ਗੁਰੂ ਘਰ ਦੇ ਕੀਰਤਨੀਆਂ ਨੇ ਪੜ੍ਹਿਆ, ਸਾਨੂੰ ਸਮਝ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਉਹ ਰਾਗ ਦੇ ਆਧਾਰ ਤੇ ਗਾਇਆ, ਤੇ ਜੇ ਉਹੀ ਕਿਸੇ ਗੀਤ ਦੀ ਤਰਜ ਤੇ ਗਾਇਆ ਫਿਰ ਅਸੀਂ ਕਹਿੰਦੇ ਬੜਾ ਸਵਾਦ ਆਇਆ, ਬੜਾ ਰਸ ਆਇਆ। ਫਿਰ ਗਾਉਣ ਵਾਲਿਆਂ ਨੇ ਆਖਿਆ ਠੀਕ ਹੈ, ਜਿੱਦਾਂ ਦੇ ਸਰੋਤੇ ਰਸ ਲੈਂਦੇ ਆ ਅਸੀਂ ਉੱਦਾਂ ਦਾ ਰਸ ਇਹਨਾਂ ਨੂੰ ਦੇ ਦਿੰਦੇ ਹਾਂ। ਵਾਹਿਗੁਰੂ ਜੀ ਮਿਹਰ ਕਰਨ, ਸਾਨੂੰ ਰਾਗ ਦੇ ਆਧਾਰ ਤੇ ਗੁਰਬਾਣੀ ਨੂੰ ਗਾਇਨ ਕਰਨ ਵਾਸਤੇ ਆਖਿਆ, ਔਰ ਹਰ ਸਮੇਂ ਦਾ ਰਾਗ ਹੈ। ਇਹ ਵੀ ਨਹੀਂ ਕਿ ਇਸ ਸਮੇਂ ਦਾ ਰਾਗ ਨਹੀਂ, ਸਵੇਰ ਦਾ ਰਾਗ ਹੈ, ਅੰਮ੍ਰਿਤ ਵੇਲੇ ਦਾ ਹੈ, ਅੱਧੀ ਰਾਤ ਦਾ ਹੈ, ਦੁਪਹਿਰ ਦਾ ਹੈ, ਸ਼ਾਮ ਦਾ ਹੈ, ਹਰ ਵੇਲੇ ਦਾ ਰਾਗ ਹੈ ਸਾਨੂੰ ਮਹਾਰਾਜ ਨੇ ਦਿੱਤਾ, ਕਿਉਂਕਿ ਇਹਦੇ ਵਿੱਚੋਂ ਪ੍ਰੇਮ ਉਤਪੰਨ ਹੁੰਦਾ ਹੈ ਤੇ ਪ੍ਰੇਮ ਦੀ ਖੇਡ ਹੀ ਤਾਂ ਆਪਾਂ ਬਣਾਉਣੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਪ੍ਰਭੂ ਦਇਆ ਤੇ, ਜਦੋਂ ਪ੍ਰਭੂ ਜੀ ਨੇ ਦਇਆ ਕੀਤੀ, ਮੰਗਲ ਗਾਵੋ ਖੁਸ਼ੀ ਨਾਲ, ਮੈਂ ਵਾਹਿਗੁਰੂ ਜੀ ਦੇ ਜਿਹੜੇ ਪਾਵਨ ਬਚਨ ਨੇ ਉਹਨਾਂ ਨੂੰ ਮੈਂ ਗਾਉਂਦਾ ਹਾਂ। ਹੁਣ ਆਪਣੀ ਗੱਲ ਕਰਕੇ ਮਹਾਰਾਜ ਜੀ ਫਿਰ ਸਾਨੂੰ ਸਮਝਾਉਂਦੇ ਆ। ਸਾਨੂੰ ਕੀ ਸਮਝਾਉਂਦੇ ਨੇ? ਸਭ ਕਹਿੰਦੇ ਊਠਤ ਬੈਠਤ ਸੋਵਤ ਜਾਗਤ ਹਰ ਧਿਆਈ ਹੈ। ਧਿਆਈ ਹੈ ਮਤਲਬ ਕਹਿ ਰਹੇ ਨੇ ਸਾਨੂੰ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰੀ ਨੂੰ, ਵਾਹਿਗੁਰੂ ਜੀ ਨੂੰ ਧਿਆਉਣਾ ਚਾਹੀਦਾ ਹੈ। ਸਗਲ ਅਵਰਦਾ ਜੀਓ, ਮਹਾਰਾਜ ਕਹਿੰਦੇ ਕੇਵਲ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਾ ਨਹੀਂ, ਸਗਲ ਅਵਰਦਾ, ਅਵਰਦਾ ਕਹਿੰਦੇ ਉਮਰ, ਸਾਰੀ ਉਮਰ ਹੀ ਉਹਨੂੰ ਧਿਆਉਣਾ ਚਾਹੀਦਾ। ਰਹਿੰਦੇ ਸਵਾਸਾਂ ਤੱਕ, ਅਖੀਰਲੇ ਸਵਾਸਾਂ ਤੱਕ ਉਸ ਮਾਲਕ ਨੂੰ, ਵਾਹਿਗੁਰੂ ਜੀ ਨੂੰ ਹੀ ਧਿਆਉਣਾ ਚਾਹੀਦਾ। ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾਈਏ, ਕਿਉਂਕਿ ਹੁਣ ਸਾਰੀ ਉਮਰ ਦੀ ਜੇ ਗੱਲ ਕੀਤੀ ਹੈ ਤੇ ਸਾਰੀ ਉਮਰ ਦੇ ਵਿੱਚ ਤੇ ਬੜੇ ਉਤਰਾਅ ਚੜ੍ਹਾਅ ਆਉਣੇ ਆ। ਸਾਰੀ ਉਮਰ ਦੇ ਵਿੱਚ ਤਾਂ ਜਨਮ ਮਰਨ ਬੜਾ ਕੁਝ ਸਾਨੂੰ ਵੇਖਣਾ ਪੈਣਾ। ਸਾਰੀ ਉਮਰ ਵਿੱਚ ਜੇਠ ਹਾੜ ਪੋਹ ਮਾਘ ਪਤਾ ਨਹੀਂ ਕਿੰਨੀ ਵਾਰ ਸਾਡੀ ਜ਼ਿੰਦਗੀ 'ਚ ਬਸੰਤ ਰੁੱਤ ਵੀ ਆਉਣੀ ਹੈ ਤੇ ਪੱਤਝੜ ਵੀ ਆਉਣਾ। ਸਾਡੀ ਜ਼ਿੰਦਗੀ ਵਿੱਚ ਸਾਰੀ ਉਮਰ ਜਿੰਨੀ ਵੀ ਬਚੀ ਹੈ, ਇਹ ਨਹੀਂ ਪਤਾ ਕਿੰਨੀ ਹੈ, ਬਸ ਇਹ ਪਤਾ ਹੈ ਕਿ ਅੱਗੋਂ ਨੇੜਾ ਆਇਆ ਪਿੱਛਾ ਰਹਿਆ, ਦੂਰ ਅੱਗੋਂ ਨੇੜਾ ਆ ਗਿਆ। ਪਰ ਚਲੋ ਜਿੰਨੀ ਵੀ ਉਮਰ ਹੈ ਸਾਡੀ, ਜਿੰਨੀ ਵੀ ਅਸੀਂ ਉਮਰ ਆਪਣੀ ਭੋਗਣੀ ਹੈ, ਸਾਰੀ ਉਮਰ ਹੀ ਵਾਹਿਗੁਰੂ ਜੀ ਨੂੰ ਧਿਆਉਣਾ ਹੈ। ਪਰ ਕਿਉਂ? ਮਹਾਰਾਜ ਕਹਿੰਦੇ ਸਾਰੀ ਉਮਰ ਵਿੱਚ ਪਤਾ ਨਹੀਂ ਕਿੰਨੀ ਵਾਰ ਬਸੰਤ ਰੁੱਤ, ਕਿੰਨੀ ਵਾਰ ਪੱਤਝੜ ਆਉਣਾ, ਕਿੰਨੀ ਵਾਰ ਤੇਰੇ ਜੇਠ ਹਾੜ ਦੀ ਤਪਸ਼ ਤੇ ਪੋਹ ਮਾਘ ਦੀ ਠੰਡਕ ਤੇਰੇ ਜੀਵਨ ਵਿੱਚ ਆਉਣੀ ਹੈ। ਪਰ ਤੂੰ ਕੀ ਕਰਨਾ ਹੈ? ਜਿੰਨੀ ਵੀ ਤੇਰੀ ਜ਼ਿੰਦਗੀ ਦਾ ਸਮਾਂ ਹੈ, ਉਤਰਾ ਚੜਾ ਤੇਰੀ ਜ਼ਿੰਦਗੀ 'ਚ ਆਉਣੇ ਆ, ਪਰ ਤੂੰ ਨਹੀਂ ਡੋਲਣਾ, ਤੂੰ ਅਡੋਲ ਰਹਿਣਾ ਹੈ, ਤੂੰ ਘਬਰਾਉਣਾ ਨਹੀਂ ਹੈ, ਚਿੰਤਾ ਨਹੀਂ ਕਰਨੀ ਹੈ, ਤੂੰ ਅਚਿੰਤ ਹੋ ਕੇ ਚੱਲਣਾ ਹੈ। ਪਰ ਉਹ ਕਿਵੇਂ ਹੋਏਗਾ? ਕਹਿੰਦੇ ਜਦੋਂ ਊਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ। ਜਦੋਂ ਅਸੀਂ ਹਰ ਪਲ ਉਸ ਮਾਲਕ ਜੀ ਨੂੰ ਧਿਆਵਾਂਗੇ, ਤੇ ਜਿਹੜਾ ਹਰ ਪਲ ਮਾਲਕ ਜੀ ਨੂੰ ਧਿਆਉਂਦਾ ਹੈ, ਸਭ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ। ਮਾਟੀ ਮਾਨੇ ਵਾਲਾ ਜੀਵਨ ਉਹ ਜਿਉਂਦਿਆਂ ਅਡੋਲ ਹੋ ਕੇ ਚੱਲਦਾ ਹੈ। ਉਹ ਕਦੇ ਚਿੰਤਤ ਨਹੀਂ ਹੁੰਦਾ, ਕਦੇ ਘਬਰਾਉਂਦਾ ਨਹੀਂ, ਕਿਉਂਕਿ ਜਿਹਨੂੰ ਉੱਠਦਿਆਂ ਬਹਿੰਦਿਆਂ ਧਿਆ ਰਹੇ ਹਾਂ, ਸਾਹਿਬ ਜੀ ਕਹਿੰਦੇ ਉਹਦਾ ਭਰੋਸਾ ਅੰਦਰ ਵੱਜ ਜਾਂਦਾ ਹੈ
कि तू काहे डोले प्राणियां तुद राखेगा सिरजनहार। तू क्यों डोलदा? जिहड़ा सिरजनहार तेरी सिरजना जिने कीती है उन्हों तेरी चिंता है कि इनू किवें पालना है, उन्हों चिंता है इनू किवें संभालना है। हाँ, असीं दुख उदों भोगदे हां जदों उहदे तो भरोसा उठ जांदा है। असीं डगमगा उदों जाने हां, लड़ खड़ा उदों जाने हां, असीं चिंतत उदों हो जाने हां जदों उहदे ते भरोसा उठ जांदा है। जदों भरोसा उठिया बस उदों ही फिक्र लग गया, चिंता लग गई, झोरा अंदर बन गया, अंदर हर वेले बस चिंतावां खाउण लग पईयां। क्यों? क्योंकि उहदे तो भरोसा उठ गया। ते महाराज कहंदे जे उठदियां बहिंदियां सौंदियां जागदियां उहदे वल ध्यान होएगा फिर तू डोलेगा ही कोई नहीं। उठत बैठत सोवत जागत ये मन तुझ है चितारे। एक पासे महाराज कहंदे उठत बैठत सोवत जागत सास 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 हर धियाईए। कहण लगे हर जपीए, तुसीं हर वेले सवास सवास उहनूं जपो, उहनूं धियाओ। सवासां नाल जपना शरीर दे नाल नहीं, ਉਹਨੂੰ ਧਿਆਉਣਾ ਸਵਾਸਾਂ ਦੇ ਰਾਹੀਂ ਹੈ, ਅੱਖਾਂ ਕੰਨਾਂ ਦੇ ਹੱਥਾਂ ਪੈਰਾਂ ਦੇ ਨਾਲ ਨਹੀਂ। ਹੱਥਾਂ ਪੈਰਾਂ ਨਾਲ ਆਪਣੇ ਕਾਰਜ ਕਰੋ, ਇਹ ਨੇਤਰਾਂ ਨਾਲ ਸੰਸਾਰ ਵਿੱਚ ਤੁਸੀਂ ਵਿਚਰੋ, ਕੰਨਾਂ ਰਾਹੀਂ ਦੁਨੀਆ ਦੇ ਬੋਲ ਸੁਣਦੇ ਹੋ ਸੁਣੋ, ਪਰ ਇੱਕ ਸਟੇਜ ਐਸੀ ਆਪਣੀ ਬਣਾ ਲਓ, ਤੁਹਾਡੇ ਜੀਵਨ ਦੀ ਅਵਸਥਾ ਐਸੀ ਹੋ ਜਾਏ ਕਿ ਜਿੱਥੇ ਆ ਕੇ ਅੱਖੀਂ ਬਾਝੋਂ ਵੇਖਣਾ ਵਿਨ ਕੰਨਾਂ ਸੁਣਨਾ। महाराज कहते एक अवस्था ऐसी आ जाए कि आ अखां ते आ बाहर दे कन ते बाहर दी जीभ ते बाहर दे हथ पैर ये एक पासे हो जाण, तुहाडी अटैचमेंट अंदरों निरंकार नाल हो जाए। यही असीं हुण नेम तो क्यों शुरू करना है? इस लई ते करना है। असीं अपना नित नेम क्यों रखना जारी? इसे लई रखना है एक दिन ऐसी खेड प्रेम दी बन जाए कि साडा शरीर जिहड़ा ये शरीर वाला पासा है इहदे तो मोह दी तंद टुट जाए ते निरंकार नाल अंदर सच्ची प्रीत दी तंद जुड़ जाए। हुण इसे लई नित नेम जां महाराज ने कहा सी नित उठ गावो प्रभ की बाणी, इसे लई कहा सी कि नित उठ के तू बाणी दे नाल गुरबाणी नाल जुड़ना ही जुड़ना है, ਤਾਂ ਤੇਰੇ ਜੀਵਨ ਵਿੱਚ ਇੱਕ ਦਿਨ ਆ ਅਵਸਥਾ ਬਣਨੀ ਹੈ। ਹੁਣ ਇੱਕ ਦਿਨ ਵਿੱਚ ਡਾਕਟਰ ਨਹੀਂ ਬਣਿਆ ਜਾਂਦਾ, ਇੱਕ ਦਿਨ ਵਿੱਚ ਵਕੀਲ ਨਹੀਂ ਬਣਿਆ ਜਾਂਦਾ, ਇੱਕ ਦਿਨ ਵਿੱਚ ਜੱਜ ਨਹੀਂ ਬਣਿਆ ਜਾਂਦਾ, ਇੱਕ ਦਿਨ ਵਿੱਚ ਇੰਜੀਨੀਅਰ ਨਹੀਂ ਬਣਿਆ ਜਾਂਦਾ। ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਉਹਦੇ ਵਾਸਤੇ ਉਦਮ ਕਰਨਾ ਪੈਂਦਾ ਹੈ, ਉਹਦੇ ਲਈ ਉਹ ਸਫ਼ਰ ਤੈਅ ਕਰਨਾ ਪੈਂਦਾ ਹੈ। फिर जाके मेहनत मशक्कत घालना जदों सफल हुंदी है तो तां जाके एक दिन वो मुकाम ते पहुँचता है। ये नहीं कि एक दिन विच ही प्रेम की खेड बन जाएगी। पहला नेम ते अपना पक्का कर लईए, पहले असीं नेम वे तां नेम की मजबूती तां बना लईए। क्यों कहना पै रहा सानूं अज कि घर पक्के हो गए तो साडे नेम कच्चे हो गए। पहला नेम पक्के हुंदे सी, घर कच्चे हुंदे सी। पहले सधारण जा जीवन सादा जा भोजन छक लेना, सधारण जीवन जिउणा, पर नेम नहीं सी खुंझदा। अज जिन्ना साडे कोल संसार दे सुख आ गए उन्ना ही नेम घटदा जा रहा है, उन्ना ही साडा नेम जिहड़ा असीं अपने नित दे नेम तो पिछे हो रहे हैं। प्रेम तक पहुँचना तो बड़ी दूर की गल है। अरदास करिए कि महाराज जी साडा नित दा नेम कदे भी खुंजे ना, कदे भी ना खुंजे, ऐसी किरपा साडे ते रखियो। फिर एक दिन जिन्नी नाम धियाया गए मशक्कत घाल, नानक ते मुख उजले केती छुट्टी नाल दी खेड बन जाएगी। तो गुरु साहब कहंदे आ भी मैं धियाउना हाँ, और जदों मालिक जी दया करदे ने फिर मैं खुशी विच चाओ विच खेड़े विच आके उन्होंने गाउंदा हाँ। इसलिए भाई उठत बैठत सोवत जागत हर धियाई है सगल अवर दा जियो।
ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਾਰੀ ਉਮਰ ਉਸ ਮਾਲਕ ਜੀ ਨੂੰ ਧਿਆਉਣਾ ਚਾਹੀਦਾ ਹੈ। ਨਾਮ ਔਖਦ ਮੋਕੋ ਸਾਧੂ ਦੀਆ, ਕਿਲ ਬਿਖ ਕਾਟੇ ਨਿਰਮਲ ਥੀਆ, ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਆ। ਜਦੋਂ ਅਸੀਂ ਧਿਆਉਣਾ ਹੈ, ਪਰ ਧਿਆਨ ਕਿੱਥੇ ਲੱਗਦਾ ਹੈ? ਧਿਆਉਣਾ ਤੇ ਧਿਆਨ ਨਾਲ ਹੀ ਹੈ ਨਾ। ਹੁਣ ਧਿਆਨ ਕਿੱਥੇ ਲੱਗਦਾ ਹੈ? ਧਿਆਨ ਤੇ ਦਰਦ ਵੱਲ ਜਾਂਦਾ ਹੈ, ਪੀੜਾ ਵੱਲ ਜਾਂਦਾ ਹੈ, ਧਿਆਨ ਤੇ ਦੁੱਖ ਵੱਲ ਜਾਂਦਾ ਹੈ। ਜਿਹੜੀਆਂ ਤਕਲੀਫਾਂ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਬਾਰ-ਬਾਰ ਧਿਆਨ ਤੇ ਉਸ ਪਾਸੇ ਜਾਂਦਾ ਹੈ। ਜੇ ਸਾਨੂੰ ਕੋਈ ਦਰਦ, ਕੋਈ ਪੀੜਾ, ਕੋਈ ਦੁੱਖ ਨਹੀਂ ਹੋਏਗਾ ਤੇ ਧਿਆਨ ਆਪਣੇ ਆਪ ਲੱਗੇਗਾ। ਪਰ ਹੁਣ ਬਦੋ ਬਦੀ ਧਿਆਨ ਤੇ ਇਸ ਪਾਸੇ ਜਾਂਦਾ ਹੈ। ਫਿਰ ਕੀ ਕੀਤਾ? ਫਿਰ ਸਤਿਗੁਰੂ ਨੇ ਰਹਿਮਤ ਵਰਤਾਈ। ਅਸੀਂ ਆਖਿਆ ਮਹਾਰਾਜ ਜੀ ਸਾਡੇ ਵੱਸ ਦੀ ਗੱਲ ਨਹੀਂ। ਅਸੀਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਾਂ ਸਾਰੀ ਉਮਰ ਉਹਨੂੰ ਧਿਆਈਏ ਧਿਆਨ ਨਾਲ, ਇਹ ਸਾਡੇ ਕੋਲੋਂ ਨਹੀਂ ਹੋਣਾ, ਕਿਉਂਕਿ ਸਾਡਾ ਧਿਆਨ ਤੇ ਬਦੋ ਬਦੀ ਸਾਡੀਆਂ ਮੁਸ਼ਕਲਾਂ ਵੱਲ ਜਾਂਦਾ ਹੈ। ਜਿਹੜੀਆਂ ਮੁਸ਼ਕਲਾਂ ਵਿੱਚੋਂ ਅਸੀਂ ਨਿਕਲ ਰਹੇ ਹਾਂ, ਧਿਆਨ ਉਸ ਪਾਸੇ ਜੋ ਦਰਦ ਸਾਨੂੰ ਸਮਾਜ ਨੇ ਦਿੱਤਾ ਹੈ, ਜੋ ਪਰਿਵਾਰਕ ਤਲ ਤੇ ਪੀੜਾ ਹੈ, ਬਦੋ ਬਦੀ ਧਿਆਨ ਤੇ ਉਸ ਪਾਸੇ ਜਾਂਦਾ ਹੈ। ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਮੈਂ ਤੇਰੀ ਤਿਆਰੀ ਕਰਾਵਾਂ ਤਾਂ ਕਿ ਤੂੰ ਸਾਰੀ ਉਮਰ ਉਹਨੂੰ ਧਿਆਉਣ ਦੇ ਯੋਗ ਹੋ ਜਾਵੇਂ। ਅਸੀਂ ਗੁਰਦੁਆਰਾ ਸਾਹਿਬ ਕਿਉਂ ਆਉਣਾ ਹੈ? ਜਦੋਂ ਵੀ ਇਦਾਂ ਦੀ ਗੱਲ ਆਵੇ ਤੇ ਜ਼ਰੂਰ ਇਹ ਬੋਲ ਰਸਨਾ ਤੋਂ ਨਿਕਲਦੇ ਆ ਵੀ ਅਸੀਂ ਗੁਰਦੁਆਰਾ ਸਾਹਿਬ ਆਉਣਾ ਕਿਉਂ ਹੈ। ਅਸੀਂ ਇਸੇ ਲਈ ਆਉਣਾ ਹੈ ਕਿ ਸਤਿਗੁਰੂ ਸਾਡੀ ਪੀੜਾ ਨੂੰ ਅੰਦਰੋਂ ਦੀ ਖਤਮ ਕਰਦੇ ਆ। ਅਸੀਂ ਗੁਰਦੁਆਰਾ ਸਾਹਿਬ ਇਸੇ ਲਈ ਆਉਣਾ ਹੈ ਕਿ ਗੁਰੂ ਸਾਹਿਬ ਨੇ ਸਾਡੇ ਅੰਦਰ ਦੇ ਰੋਗ ਕੱਟਣੇ ਆ। ਵੀ ਆਹ ਜਿਹੜੀਆਂ ਤੈਨੂੰ ਬਿਮਾਰੀਆਂ ਲੱਗੀਆਂ, ਪਹਿਲਾਂ ਤੇਰਾ ਮੈਂ ਟ੍ਰੀਟਮੈਂਟ ਕਰਾਂ, ਤੇਰਾ ਇਲਾਜ ਕਰਾਂ। ਤੇਰੇ ਹਰ ਪ੍ਰਕਾਰ ਦੀ ਬਿਮਾਰੀ, ਮਾਨਸਿਕ ਬਿਮਾਰੀ, ਸਰੀਰ ਦੀਆਂ ਬਿਮਾਰੀਆਂ ਦੇ ਇਲਾਜ ਇੱਥੋਂ ਨਹੀਂ ਉੱਥੋਂ, ਉੱਥੋਂ ਨਹੀਂ ਉੱਥੋਂ ਕਰਾ ਲਓ। ਇੱਕ ਸ਼ਹਿਰ ਤੋਂ ਨਹੀਂ ਦੂਜੇ, ਦੂਜੇ ਨਹੀਂ ਤੀਜੇ ਤੋਂ ਕਰਾ ਲਓ। ਪਰ ਮਾਨਸਿਕ ਬਿਮਾਰੀਆਂ ਦਾ ਇਲਾਜ, ਉਹਦੇ ਵਾਸਤੇ ਪੂਰੀ ਦੁਨੀਆ ਵਿੱਚ ਇੱਕੋ ਹੀ ਵੈਦ ਹੈ ਜਿਹਨੇ ਤੁਹਾਡੇ ਮਾਨਸਿਕ ਬਿਮਾਰੀਆਂ ਦਾ ਇਲਾਜ ਸੰਗਤ ਵਿੱਚ ਬਿਠਾ ਕੇ ਕਰਨਾ ਹੈ। ਇਸ ਲਈ ਸਾਨੂੰ ਪਹਿਲੇ ਇਹ ਪਤਾ ਹੋਵੇ ਵੀ ਜਿਹਦੇ ਕੋਲ ਮੈਂ ਆਇਆ ਉਹ ਕੀ ਹੈ? ਮੇਰਾ ਵੈਦ ਗੁਰੂ ਗੋਬਿੰਦਾ। ਤੇ ਉਹ ਵੈਦ ਕੀ ਕਰਦਾ ਹੈ? ਉਹ ਸਾਡੇ ਕੋਲੋਂ ਇਹ ਨਹੀਂ ਕਿ ਉਹ ਸਾਨੂੰ ਦਵਾਈ ਦੇੜੀ ਆ ਉਹ ਦੇ ਕੇ ਇਲਾਜ। ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਹੌਸਪੀਟਲ ਵਿੱਚ ਬਹੁਤ ਐਸੇ ਹੌਸਪੀਟਲ ਨੇ ਜਿਨ੍ਹਾਂ ਨੂੰ ਕਿਸੇ ਦੀ ਗਰੀਬੀ ਨਜ਼ਰ ਆਉਂਦੀ ਹੈ, ਕਿ ਕੋਈ ਲੋੜਵੰਦ ਨਜ਼ਰ ਆਉਂਦਾ ਹੈ, ਜ਼ਰੂਰਤਮੰਦ ਨਜ਼ਰ ਆਉਂਦਾ ਹੈ, ਤੇ ਉਹਨਾਂ ਦੇ ਮਨ ਵਿੱਚ ਆਉਂਦਾ ਵੀ ਇਹ ਗਰੀਬੜੇ ਤੋਂ ਮੈਂ ਕੋਈ ਪੈਸਾ ਵੱਧ ਨਹੀਂ ਲੈਣਾ। ਇਹ ਲੋੜਵੰਦ ਹੈ, ਇਹ ਜ਼ਰੂਰਤਮੰਦ ਹੈ, ਇਹ ਤੇ ਅੱਗੋਂ ਹੀ ਮੁਸੀਬਤ ਨਾਲ ਭਰਿਆ ਆ, ਉੱਤੋਂ ਮੈਂ ਇਹਨੂੰ ਲੁੱਟ ਲਾਂ। ਪਰ ਬਹੁਤ ਐਸੇ ਵੀ ਨੇ ਜਿਹੜੇ ਡੈੱਡ ਬੋਡੀ ਤੋਂ ਵੀ ਪੈਸਾ ਕਮਾਈ ਜਾ ਰਹੇ ਆ। ਡੈੱਡ ਬੋਡੀ ਹੈ, ਸਵਾਸ ਕਦੋਂ ਦਾ ਨਿਕਲ ਚੁੱਕਾ ਹੈ, ਪਰ ਫਿਰ ਵੀ ਬਨਾਵਟੀ ਸਵਾਸਾਂ ਦੇ ਰਾਹੀਂ ਪਰਿਵਾਰ ਨੂੰ ਦੂਰੋਂ ਹੀ ਦਿਖਾ ਦਿੱਤਾ ਜਾਂਦਾ ਵੀ ਤੁਹਾਡਾ ਪ੍ਰਾਣੀ ਸਾਹ ਲੈ ਰਿਹਾ ਹੈ, ਹਾਲਾਂਕਿ ਉਹਨੂੰ ਸਰੀਰ ਛੱਡਿਆਂ ਨੂੰ 2 ਦਿਨ ਹੋ ਚੁੱਕੇ ਆ। ਪਰ ਉਹ ਆਪਣਾ ਬਿੱਲ ਜਿਹੜਾ ਬਣਾ ਰਹੇ ਨੇ, ਆਪਣਾ ਮੀਟਰ ਘੁਮਾ ਰਹੇ ਆ, ਤੇ ਤੀਜੇ ਦਿਨ ਹੱਥ ਜੋੜ ਕੇ ਕਹਿੰਦੇ ਆ ਵੀ ਸੌਰੀ ਅਸੀਂ ਇਹਨੂੰ ਬਚਾ ਨਹੀਂ ਸਕੇ। ਬਚਾਉਣਾ ਕਿੱਥੋਂ ਸੀ? ਉਹ ਤੇ 2 ਦਿਨ ਪਹਿਲਾਂ ਸਰੀਰ ਛੱਡ ਚੁੱਕਾ ਹੈ। ਬਸ ਲੱਖਾਂ ਰੁਪਈਆ ਉਹਨਾਂ ਦੇ ਕੋਲੋਂ ਲੈ ਲਿਆ ਵੀ ਅਸੀਂ ਤੁਹਾਨੂੰ ਡੈੱਡ ਬਾਡੀ ਉਦੋਂ ਦੇਣੀ ਹੈ ਜਦੋਂ ਤੁਸੀਂ ਸਾਡਾ ਬਿੱਲ ਪੇ ਕਰੋਗੇ। ਹੁਣ ਇਹ ਉਹ ਵੈਦ ਹੈ ਜਿਨ੍ਹਾਂ ਤੁਹਾਨੂੰ ਧੋਖਾ ਨਹੀਂ ਦੇਣਾ। ਇਹ ਉਹ ਵੈਦ ਹੈ ਜਿਹਨੇ ਤੁਹਾਨੂੰ ਕਿਸੇ ਭੁਲੇਖੇ ਵਿੱਚ ਨਹੀਂ ਰੱਖਣਾ। ਇਹ ਉਹ ਵੈਦ ਹੈ ਜਿੱਥੇ ਆ ਕੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਇੱਥੇ ਆ ਕੇ ਸਾਨੂੰ ਕੋਈ ਧੋਖਾ ਨਹੀਂ, ਕੋਈ ਸਾਨੂੰ ਲੁੱਟਿਆ ਨਹੀਂ ਗਿਆ।
ਜਾਂ ਸਾਡਾ ਇਲਾਜ ਨਹੀਂ ਚੰਗੀ ਤਰ੍ਹਾਂ ਕੀਤਾ, ਸਾਨੂੰ ਕਰਾਉਣਾ ਆਉਣਾ ਚਾਹੀਦਾ ਹੈ। ਵੈਦ ਗੁਰੂ ਸਾਹਿਬ ਜੀ ਤਾਂ ਬੈਠ ਕੇ ਇਲਾਜ ਕਰ ਹੀ ਰਹੇ ਆ ਮਾਨਸਿਕ ਤਲ ਤੇ, ਪਰ ਸਾਨੂੰ ਵੀ ਅੱਗੋਂ ਕਰਾਉਣਾ ਆਉਣਾ ਚਾਹੀਦਾ ਹੈ। ਹੁਣ ਡਾਕਟਰ ਨੇ ਆਪਰੇਸ਼ਨ ਕਰਨਾ ਹੈ, ਜਿਸ ਪਾਰਟ ਦਾ ਜਿਸ ਹਿੱਸੇ ਦਾ ਆਪਰੇਸ਼ਨ ਕਰਨਾ ਹੈ ਉਹ ਸਾਨੂੰ ਪਾਰਟ ਡਾਕਟਰ ਦੇ ਹਵਾਲੇ ਕਰਨਾ ਪਏਗਾ ਨਾ, ਤਾਂ ਹੀ ਆਪਰੇਸ਼ਨ ਡਾਕਟਰ ਕਰਨਗੇ। ਜੇ ਅਸੀਂ ਕਹੀਏ ਵੀ ਨਹੀਂ ਮੈਂ ਆਹ ਸਰੀਰ ਦਾ ਪਾਰਟ ਤੁਹਾਡੇ ਹਵਾਲੇ ਨਹੀਂ ਕਰਨਾ, ਫਿਰ ਆਪਰੇਸ਼ਨ ਕਾਹਦਾ ਹੋਣਾ? ਅਸੀਂ ਇੱਥੇ ਆਏ ਹਾਂ ਆਪਣੇ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਾਉਣ ਵਾਸਤੇ। ਜਿਹੜੀਆਂ ਸਾਨੂੰ ਮਾਨਸਿਕ ਬਿਮਾਰੀਆਂ ਨੇ ਭਿਆਨਕ ਲੱਗੀਆਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਕੂੜ, ਪਤਾ ਨਹੀਂ ਕੀ ਭਰਿਆ ਪਿਆ ਅੰਦਰ, ਭਿਆਨਕ ਭਿਆਨਕ ਰੋਗ ਲੱਗੇ ਆ। ਅਸੀਂ ਤਨ ਦੇ ਕੋੜ ਨੂੰ ਰੋਈ ਜਾਂਦੇ ਆ, ਮਨ ਕੋੜੀ ਹੋਇਆ ਪਿਆ, ਮਨ ਕੋੜ ਦਾ ਰੋਗ ਨਾਲ ਭਰਿਆ ਪਿਆ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਕੀ ਕਰਨਾ ਹੈ? ਮੈਂ ਤੇਰੇ ਮਨ ਦਾ ਇਲਾਜ ਕਰਨਾ, ਤੇ ਮਨ ਤਾਂ ਦੇ ਮੈਨੂੰ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੈ ਕਾਰਜ ਰਾਸ ਮਾਰੇ। ਕਹਿੰਦੇ ਮਨ ਸਮਰਪਣ ਕਰ, ਮੈਂ ਤੇਰੇ ਮਨ ਦੀਆਂ ਸਾਰੀਆਂ ਬਿਮਾਰੀਆਂ ਕੱਟ ਕੇ ਰੱਖ ਦਾਂਗਾ। ਕੇਵਲ ਮਨ ਦੀਆਂ ਬਿਮਾਰੀਆਂ ਨਹੀਂ, ਜਿਹੜੇ ਤੇਰੇ ਜੰਮ ਦੀ ਫਾਹੀ ਪਈ ਹੋਈ ਹੈ ਨਾ, ਇਹ ਦਵਾਈ ਇੰਨੀ ਤੇਜ਼ ਹੈ ਕਿ ਜੇ ਤੇਰੇ ਮੁਖ ਤੋਂ ਅੰਦਰ ਚਲੀ ਗਈ ਤਾਂ ਜਿਹੜੇ ਜੰਮ ਦੀ ਫਾਹੀ ਹੈ ਉਹ ਵੀ ਇਹ ਕੱਟ ਕੇ ਰੱਖ ਦੇਗੀ। ਇੰਨੀ ਤੇਜ਼ ਦਵਾਈ ਹੈ ਇਹ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਤੂੰ ਆ ਕੇ ਭਾਵਨਾ ਨਾਲ ਜੁੜ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੈ ਰੋਗ। ਮਹਾਰਾਜ ਨੇ ਨਾਮ ਦ੍ਰਿੜ ਸੰਗਤ ਵਿੱਚ ਕਰਵਾ ਕੇ ਕੱਟੇ ਹੋਮੈ ਰੋਗ। ਆ ਹੋਮੇ ਦਾ ਕੋੜ ਹੀ ਅੰਦਰੋਂ ਕੱਢ ਦਿੱਤਾ, ਹੋਮੇ ਦਾ ਕੈਂਸਰ ਹੀ ਅੰਦਰੋਂ ਖਤਮ ਕਰ ਦਿੱਤਾ ਮਹਾਰਾਜ ਨੇ। ਸਾਹਿਬ ਕਹਿੰਦੇ ਤੂੰ ਭਾਵਨਾ ਨਾਲ ਸੇਵਾ ਵਿੱਚ ਜੁੜ ਕੇ ਵੇਖ, ਤੇਰਾ ਰੋਗ ਵਧੇਗਾ ਨਹੀਂ ਘਟੇਗਾ ਤੇਰਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਆ ਹਉਮੈ ਦਾ ਕੋੜ ਹੀ ਵਿੱਚੋਂ ਨਿਕਲ ਜਾਣਾ। ਤੇ ਸਭ ਤੋਂ ਭਿਆਨਕ ਰੋਗ ਹੈ ਇਹ ਹਉਮੈ, ਦੀਰਘ ਰੋਗ ਹੈ, ਜਿਹਨੇ ਸਾਨੂੰ ਪਰਮੇਸ਼ਵਰ ਨਾਲ ਮਿਲਣ ਹੀ ਕੋਈ ਨਹੀਂ ਦਿੱਤਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ, ਜਮ ਕੀ ਫੰਦਾ। ਕਿਤਨੇ ਹੀ ਬਚਨ ਅੰਮ੍ਰਿਤ ਬਾਣੀ ਵਿੱਚ ਨੇ। ਸਾਹਿਬ ਕਹਿੰਦੇ ਚਲੋ ਮੁੱਕਦੀ ਗੱਲ, ਇੱਕ ਇੱਕ ਬਿਮਾਰੀ ਦਾ ਵੀ ਇਲਾਜ ਨਹੀਂ ਹੋਣਾ। ਇੱਥੇ ਤਾਂ ਸਰਬ ਰੋਗ ਕਾ ਔਖਦ ਨਾਮ, ਔਖਦ ਦਵਾਈ ਨੂੰ ਕਹਿੰਦੇ ਆ। ਕਹਿੰਦੇ ਮੈਂ ਸਾਰੇ ਰੋਗ, ਇਹ ਵੀ ਨਹੀਂ ਕਿ ਸਿਰ ਦੀ ਦਵਾਈ ਹੋਰ ਹੈ, ਪੇਟ ਦੀ ਦਵਾਈ ਹੋਰ ਹੈ, ਚਮੜੀ ਦੀ ਹੋਰ ਹੈ, ਹੱਡੀਆਂ ਦੀ ਹੋਰ ਹੈ। ਬੰਦਾ ਤੇ ਦਵਾਈ ਖਾ ਖਾ ਕੇ ਹੰਬ ਜਾਂਦਾ ਹੈ। ਵੀ ਸਵੇਰੇ ਉੱਠਦਿਆਂ ਸਾਰ ਭੋਜਨ ਬਾਅਦ ਵਿੱਚ ਖਾਣਾ ਤੇ ਪਹਿਲਾਂ 10 ਗੋਲੀਆਂ ਖਾਣੀਆਂ ਪੈਂਦੀਆਂ। ਬੰਦਾ ਕਹਿੰਦਾ ਭੋਜਨ ਬਾਅਦ ਵਿੱਚ ਪਹਿਲਾਂ ਇੰਜੈਕਸ਼ਨ ਲਾਉਣਾ ਪੈਂਦਾ। ਸਾਹਿਬ ਕਹਿੰਦੇ ਆ ਜਿਹੜੀ ਤੈਨੂੰ ਦਵਾਈ, ਇਹ ਭਰੋਸਾ ਰੱਖ ਕੇ ਖਾਣੀ ਪੈਣੀ ਹੈ। ਜੇ ਭਰੋਸਾ ਨਹੀਂ ਤੇ ਫਿਰ ਜਿੰਨੇ ਮਰਜ਼ੀ ਪਾਠ ਕਰੀ ਜਾਓ ਮਾਫ ਕਰਨਾ। ਫਿਰ ਜਿੰਨੇ ਮਰਜ਼ੀ ਅਸੀਂ ਆ ਕੇ ਸੁਣਾ ਦਈਏ ਮੈਂ ਅੱਜ 4 ਕੀਤੇ ਆ, ਮੈਂ ਅੱਜ 10 ਕੀਤੇ ਆ, ਮੈਂ 20 ਕੀਤੇ ਆ। ਮਹਾਰਾਜ ਕਹਿੰਦੇ ਭਰੋਸੇ ਨਾਲ ਤਾਂ ਇੱਕ ਵੀ ਨਹੀਂ ਕੀਤਾ। ਇੱਕ ਵੀ ਭਰੋਸੇ ਦੇ ਨਾਲ ਤੂੰ ਸ਼ਬਦ ਪੜ੍ਹ ਲੈਂਦਾ, ਉਹਨੇ ਤੇਰੇ ਅੰਦਰ ਦਾ ਰੋਗ ਕੱਟ ਦੇਣਾ ਸੀ। ਇਸ ਵਾਸਤੇ ਇਹ ਭਰੋਸੇ ਦੇ ਨਾਲ ਇਹ ਦਵਾਈ, ਇਹ ਸਾਰੇ ਰੋਗਾਂ ਦੀ ਇੱਕੋ ਹੀ ਦਵਾਈ ਦੇ ਦਿੱਤੀ ਹੈ, ਉਹ ਹੈ ਨਾਮ। ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਇੱਕੋ ਹੀ ਦੇ ਦਿੱਤਾ ਨਾਮ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਪਰ ਉਹ ਮਿਲਣਾ ਕਿੱਥੋਂ ਹੈ? ਉਹ ਮਿਲਣਾ ਮੇਰਾ ਵੈਦ ਗੁਰੂ ਗੋਬਿੰਦਾ। ਉਹ ਕੌਣ ਹੈ? ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਅਸੀਂ ਕੇਵਲ ਬਾਹਰ ਦੇ ਦੁੱਖ ਤੇ ਬਾਹਰ ਦੀਆਂ ਬਿਮਾਰੀਆਂ ਹੀ ਸੁਣਾਉਂਦੇ ਸੁਣਾਉਂਦੇ ਜ਼ਿੰਦਗੀ ਲੰਘਾ ਦੇਣੀ ਹੈ। ਕਦੇ ਅੰਦਰ ਦੀਆਂ ਬਿਮਾਰੀਆਂ ਦਾ ਵੀ ਜ਼ਿਕਰ ਕਰੋ ਗੁਰੂ ਸਾਹਿਬ ਕੋਲ, ਕਦੇ ਅੰਦਰ ਦੇ ਦੁੱਖ ਦਾ ਵੀ ਜ਼ਿਕਰ ਕਰੋ ਗੁਰੂ ਸਾਹਿਬ। ਸਾਡੇ ਅੰਦਰ ਦੇ ਦੁੱਖ ਰੋਗ ਵੀ ਕੱਟਣੇ ਆ ਤੁਸੀਂ। ਅਸੀਂ ਬਾਹਰ ਦੇ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਹੇ ਹਾਂ।
महाराज कहते ठीक है तेरी चमड़ी नूं फर्क पै जाएगा पर तेरे मन नूं फर्क नहीं पैना। पर जिहड़ा इशनान मैं तैनूं कहना ना, जे तूं ਉਹ वाला कर लवें ਉਹਦੇ ਨਾਲ तेरे तन ते मन दोवां विच असर दिखाई देगा। कर इशनान सिमर प्रभ अपना, इशनान का तरीका भी दसिया। कर इशनान किवें करिए, सिमर प्रभ अपना, प्रभु नूं अपना बना के सिमर, ਉਹਦੇ नाम का सिमरन कर। जदों तू ਉਹਦੇ नाम का सिमरन करेगा की होएगा, साहब कहते तन मन आरोग हो जाएगा। कर इशनान सिमर प्रभ अपना, मन तन भए आरोगा। मन ते तन दोवां का जिक्र कर दिता महाराज ने। और कोई शक नहीं इस अस्थान ते तुहाडी प्यार वालियां संगतां विचों ही बड़े प्यार वाले मिलदे आ, जिहड़े कहिंदे आ भी गुरु साहब दी इन्नी मेहर हो गई आ कि असीं ते मन का इलाज कराउणा सी, महाराज ने तन का भी करके रखता। असीं तन मन दोवां करके आरोग हो गए आ। ते जिहड़े होए आ वो फिर क्यों नहीं कहणगे ऐसा गुर वड भागी पाया। जदों किसी चंगे डॉक्टर कोल जांदे हो, वो तुहाडा इलाज चंगा करदा है, तुहानूं दवाई वधिया दिंदा है, ते 10 नूं जाके दसदे नहीं। जिहड़ा मिलदा है उहनूं कहने आ फलाना डॉक्टर बड़ा वधिया है, वो इलाज बड़ा वधिया करदा है, वो बोलदा बड़ा वधिया है। ते फिर दसीए गुरु ग्रंथ साहब वैद किन्ना वड्डा है। ये किने दसना है? आपां ही दसना है। दुनिया नूं दसना कि गुरु ग्रंथ साहब जी किन्ना वड्डे वैद ने। और जिहड़ी वो नाम दी दवाई दिंदे आ, वो सानू मिठास भर के दिंदे आ ताकि सानू बाणी मिठी लगन लग जाए। हालांकि दवाई कौड़ी हुंदी है ना महाराज, बाणी कौड़ी लगदी है कईयां नूं, पर साहब कहंदे नहीं, मीठे हर गुण गाओ जिंदो तू मीठे हर गुण गाओ। तू मिठी बाणी करके इनू बाणी नूं खा, इहदी दवाई खा, इहदा भोजन खा। ये मिठी है बाणी, ये तेरे अंदर दे रोग कट के रख देगी। भाई साहब भाई गुरदास जी कहंदे आ, कहंदे मिश्री मिलाए कै ज्यों औखद खवाए वैद। कविता भाई साहब जी दा कहंदे मिश्री, पुराने वैद की करदे सी, दवाई कौड़ी हुंदी सी ना। जिहड़े आप जी बजुर्ग बैठे हो तुहानूं पता होवेगा कि पुराने वैद जदों कौड़ी दवाई किसी नूं खवाउणी होवे विच मिश्री मिला के दिंदे सन, ताकि वो मिश्री मिठी है ते वो मिठी समझ के दवाई खा लैंदे सन। ते जदों खांदे सी ते उन्हां दा रोग कटिया जांदा। नहीं तो वो कहंदे भी वैद जी आ इन्नी कौड़ी मेरे अंदर नहीं लंघदी, इन्नी कौड़ी मेरे तो दवाई नहीं खाधी जानी। उन्हें आख्या भी तैं इदां मिश्री मिला के दे दिंदे आ। मिश्री मिलाए कै ज्यों औखद खवाए वैद, मिठा करके खाए रोगी रोग घटाए कै। कहंदे वो रोगी भी मिठा करके वो दवाई खा लैंदा सी, ते जदों खांदा सी रोग घटाए कै, ਉਹਦੇ अंदर ਦਾ रोग घट ਜਾਂਦਾ ਸੀ। गुरबाणी नाल प्यार पाओ, बड़ी मिठी लगेगी तुहानूं। एक दिन ये भी जिक्र किया सी कि अज जाप साहब की बाणी कौड़ी लगती है ना, औखी लगती है, पर जिहड़े बाणी का रोज़ लंगर छकदे उन्होंने पुछ के वेखो, वो कहंदे जाप साहब विच जिन्नी मिठास है ना असीं दस ही कोई नहीं सकते। जिन्ना रस उहदे विचों सानूं मिलदा बयान ही नहीं कर सकते असीं। गुरु साहब जी किरपा करन। गुरु अर्जन देव महाराज जी की कहंदे आ, नाम औखद मोह को साधु दिया। साधु गुरु ग्रंथ साहब, साधु धन गुरु नानक साहब कहंदे मैनू नाम दा औखद, मैनू नाम दी दवाई मेरे सतगुरु ने दिती। ते जदों सतगुरु ने नाम दी दवाई दिती, किल विख काटे निर्मल थिया। मेरे अंदर दे सारे पाप ही उहदे नाल कटे गए। किल विख दा अर्थ हुंदा पाप। मेरे अंदर दे सारे पाप जिन्हें भयानक भयानक बीमारियां लाइयां पईयां सन, वो सारे ही अंदरों कट के रख दिते। ते जदों अंदरों किल विख कटे गए, निर्मल थिया, मेरा अंदर हिरदा शुद्ध हो गया, मेरा मानसिक मंडल अंदर शुद्ध हो गया, अंदर पवित्रता आ गई, शुद्धता आ गई, मन विचों खोट दी बीमारी निकल गई।
ਮਨ ਵਿੱਚੋਂ ਵਿਕਾਰਾਂ ਦੀ ਬਿਮਾਰੀ ਜਿਹੜੀ ਸੀ ਉਹ ਨਿਕਲ ਗਈ, ਤੇ ਜਦੋਂ ਨਿਕਲੀ ਆਨੰਦ ਪਿਆ, ਮੇਰੇ ਜੀਵਨ ਵਿੱਚ ਆਨੰਦ ਆ ਗਿਆ। ਨਿਕਸੀ ਸਭ ਪੀਰਾ, ਸਾਰੀ ਪੀੜਾ ਹੀ ਅੰਦਰੋਂ ਨਿਕਲ ਗਈ। ਹੁਣ ਜਿੰਨਾ ਚਿਰ ਮੰਨ ਲਓ ਸਾਡੇ ਸਰੀਰ ਨੂੰ ਪੀੜਾ ਹੋ ਰਹੀ ਹੈ, ਪੇਟ ਦਰਦ ਹੋ ਰਿਹਾ ਹੈ, ਕੁਝ ਐਸੀਆਂ ਦਰਦਾਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਨੇ। ਕਹਿਣ ਲੱਗੇ ਸਿਰ ਦੀ ਪੀੜ ਹੈ, ਭਾਵੇਂ ਤੁਹਾਡੇ ਦੰਦਾਂ ਦੀ ਪੀੜ ਹੈ, ਪੇਟ ਦੀ ਹੈ, ਕੋਈ ਵੀ ਹੱਡੀਆਂ ਦੀ, ਗੋਡਿਆਂ ਦੀ ਪੀੜ ਹੈ, ਤੇ ਤੁਹਾਡਾ ਧਿਆਨ ਜਪਜੀ ਸਾਹਿਬ ਵਿੱਚ ਲੱਗ ਜਾਏਗਾ। ਬਾਰ-ਬਾਰ ਧਿਆਨ ਤੇ ਉਹਦੇ ਵੱਲ ਜਾਏਗਾ। ਅਰਦਾਸ ਕਰੋ ਮਹਾਰਾਜ ਜੀ, ਜਦੋਂ ਅਸੀਂ ਨਿਤਨੇਮ ਕਰੀਏ ਤੇ ਆ ਪੀੜਾ ਤੋਂ ਛੁਟਕਾਰਾ ਮਿਲ ਜਾਏ ਸਾਨੂੰ। ਇਹ ਦਰਦ, ਇਹ ਪੀੜਾ ਸਾਨੂੰ ਸਤਾਵੇ ਹੀ ਨਾ, ਤਾਂ ਹੀ ਤੇ ਅਸੀਂ ਧਿਆ ਸਕਾਂਗੇ। ਤੇ ਗੁਰੂ ਸਾਹਿਬ ਨੇ ਕੀ ਕੀਤਾ? ਗੁਰੂ ਸਾਹਿਬ ਜੀ ਨੇ ਨਾਮ ਔਖਦ ਮੋਕੋ ਸਾਧੂ ਦੀਆ, ਟ੍ਰੀਟਮੈਂਟ ਕੀਤਾ ਨਾ, ਇਲਾਜ ਕੀਤਾ ਗੁਰੂ ਸਾਹਿਬ ਨੇ ਸਾਡਾ। ਫਿਰ ਕਿਲ ਵਿਖ ਕਾਟੇ ਨਿਰਮਲ ਥੀਆ, ਤੇ ਜਦੋਂ ਅੰਦਰ ਪਾਪ ਕੱਟ ਤੇ ਨਾਮ ਦੀ ਦਵਾਈ ਦਿੱਤੀ, ਆਨੰਦ ਪਿਆ। ਨਿਕਸੀ ਸਭ ਪੀਰਾ, ਸਾਰੀ ਪੀੜਾ ਜਿਹੜੀ ਸੀ ਨਾ ਉਹ ਅੰਦਰੋਂ ਦੀ ਨਿਕਲ ਗਈ। ਹੁਣ ਕੋਈ ਪੀੜਾ ਦਰਦ ਅੰਦਰ ਰਿਹਾ ਹੀ ਨਹੀਂ ਹੈ। ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਹੁਣ ਮੈਂ ਕਹਿ ਸਕਦਾ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਆ ਸਤ ਗੁਰੂ ਕੋਲੋਂ ਪਾਇਆ ਮੈਂ। ਸਭ ਪੀਰਾ, ਅੰਦਰ ਪੀੜਾ ਨਿਕਲ ਗਈ। ਸਗਲ ਬਿਨਾਸੇ ਦਰਦਾ ਜੀਓ, ਮੇਰਾ ਸਾਰਾ ਦਰਦ ਵੀ ਅੰਦਰੋਂ ਖਤਮ ਕਰ ਦਿੱਤਾ। ਕੋਈ ਦਰਦ ਨਹੀਂ ਮੇਰੇ ਅੰਦਰ ਰਹਿ ਗਿਆ। ਜਿਹੜਾ ਸਮਾਜ ਵੱਲੋਂ ਮਿਲਿਆ, ਆਪਣਿਆਂ ਵੱਲੋਂ ਮਿਲਿਆ, ਪਰਿਵਾਰ ਵੱਲੋਂ ਮਿਲਿਆ, ਔਰ ਇੱਕ ਜਿਹੜਾ ਦਰਦ ਉਹਦੇ ਤੋਂ ਵਿਛੜ ਕੇ ਸਾਰੇ ਦਾ ਸਾਰਾ ਹੀ ਟੋਟਲੀ ਜਿੰਨਾ ਵੀ ਮੇਰੇ ਅੰਦਰ ਦਰਦ ਸੀ ਨਾ, ਉਹ ਸਾਰਾ ਦਰਦ ਹੀ ਅੰਦਰੋਂ ਖਤਮ ਕਰਕੇ ਰੱਖਤਾ। ਪੀੜਾ ਹੀ ਅੰਦਰ ਦੀ ਮੇਰੇ ਸਤਿਗੁਰੂ ਨੇ ਖਤਮ ਕਰਕੇ ਰੱਖ ਦਿੱਤੀ। ਜਦੋਂ ਨਾਮ ਔਖਦ ਮੋਕੋ ਦਿਆ, ਮੈਨੂੰ ਨਾਮ ਦੀ ਦਵਾਈ ਮੇਰੇ ਸਤਿਗੁਰੂ ਨੇ ਦਿੱਤੀ। ਕੇਵਲ ਦਿੱਤੀ ਨਹੀਂ ਵੀ ਆ ਸ਼ਬਦ ਕਾਗਜ਼ ਉੱਤੇ ਲਿਖ ਕੇ ਲੈ ਜਾ, ਜਾਂ ਇਹਨੂੰ ਫਰੇਮ ਵਿੱਚ ਮੜਾ ਕੇ ਰੱਖ ਲੈ, ਕਈ ਇਹ ਵੀ ਕਰਦੇ ਪਏ ਨੇ ਅੱਜ ਕੱਲ੍ਹ। ਜਾਂ ਸਾਡਾ ਅੱਜ ਜਿਹੜਾ ਮੋਬਾਈਲ ਵਾਲਾ ਸਿਸਟਮ ਹੈ, ਉਹਦੇ ਤੇ ਸ਼ਬਦ ਇੱਕ ਗੁਰਬਾਣੀ ਦਾ ਆਉਂਦਾ ਹੈ, ਥੱਲੇ ਲਿਖਿਆ ਹੁੰਦਾ 10 ਜਾਣਿਆਂ ਨੂੰ ਭੇਜੋ ਤੁਹਾਡਾ ਕੰਮ ਬਣ ਜਾਏਗਾ, 20 ਜਾਣਿਆਂ ਨੂੰ ਭੇਜਿਓ ਅੱਜ ਤੁਹਾਡਾ ਦਿਨ ਬੜਾ ਵਧੀਆ ਲੰਘੇਗਾ। ਇਹ ਲਿਖਣ ਦੀ ਬਜਾਏ ਤੁਸੀਂ ਇਹ ਲਿਖਦੇ ਵੀ ਸਾਰਾ ਦਿਨ ਆ ਸ਼ਬਦ ਕਮਾਓ, ਆ ਸਾਰਾ ਦਿਨ ਸ਼ਬਦ ਪੜ੍ਹਿਓ, ਤੁਹਾਡੇ ਕਾਰਜ ਰਾਸ ਹੋ ਜਾਣਗੇ। ਅਸੀਂ ਕੀ ਲਿਖ ਕੇ ਭੇਜ ਦਿੱਤਾ ਵੀ 10 ਜਣਿਆਂ ਨੂੰ ਅੱਗੇ ਭੇਜੋ ਤੁਹਾਡਾ ਕੰਮ ਬਣ। ਇਹ ਤੇ ਗੱਲ ਹੀ ਬੜੀ ਸੌਖੀ ਹੈ। ਫਿਰ ਤੇ ਗੁਰੂ ਦੁਆਰਾ ਸਾਹਿਬ ਕਿਸੇ ਨੂੰ ਆਉਣ ਦੀ ਲੋੜ ਹੀ ਨਹੀਂ ਹੈ। ਘਰ ਬੈਠੇ ਮੋਬਾਈਲ ਤੇ ਸ਼ਬਦ ਭੇਜੀ ਜਾਓ ਤੇ ਫਿਰ ਤੁਹਾਡੇ ਕਾਰਜ ਬਣੀ ਜਾਣ। ਫਿਰ ਕੀ ਲੋੜ ਹੈ ਸੰਗਤ ਵਿੱਚ ਆਉਣ ਦੀ? ਅੰਮ੍ਰਿਤ ਵੇਲਾ ਸੰਭਾਲਣ ਦੀ, ਨਿਤਨੇਮ ਕਰਨ ਦੀ ਕੀ ਜ਼ਰੂਰਤ ਹੈ? ਸੇਵਾ ਕਰਨ ਦੀ, ਜੋੜੇ ਝਾੜਨ ਦੀ, ਜੂਠੇ ਬਰਤਨ ਮਾਂਜਣ ਦੀ ਕੀ ਲੋੜ ਹੈ? ਸਾਨੂੰ ਇਸ ਭਰਮ ਵਿੱਚ ਪਾਇਆ। ਅਸੀਂ ਵੀ ਕਹਿੰਦੇ ਆ ਕੰਮ ਹੀ ਬੜਾ ਸੌਖਾ ਹੈ, ਬਸ ਆ ਉਂਗਲਾਂ ਹੀ ਚਲਾਉਣੀਆਂ, ਬਟਨ ਹੀ ਦੱਬਣਾ। ਜੇ ਬਟਨ ਦੱਬਣ ਨਾਲ ਕੰਮ ਬਣ ਜਾਏ ਤੇ ਸਾਨੂੰ ਕੀ ਲੋੜ ਪਈ ਆ ਕਾਰਜ ਕਰਨ ਦੀ? ਪਰ ਮਹਾਰਾਜ ਕਹਿੰਦੇ ਭੁਲੇਖਿਆਂ ਚੋਂ ਨਿਕਲੋ। ਵੈਸੇ ਹੀ ਜ਼ਿੰਦਗੀ 'ਚ ਘਾਟਾ ਬੜਾ ਪੈਂਦਾ, ਇਸ ਕਰਕੇ ਹੋਰ ਨਾ ਪੈ ਜਾਏ। ਇਸ ਲਈ ਸਤ ਸੰਗ ਵਿੱਚ ਆਓ। ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੁਸੀਂ ਆਓ ਤੇ ਆ ਕੇ ਸੰਗਤ ਵਿੱਚ ਬਾਣੀ ਨੂੰ ਗਾਇਆ ਕਰੋ, ਅੰਮ੍ਰਿਤ ਬਾਣੀ ਦਾ ਅਭਿਆਸ ਕਰਿਆ ਕਰੋ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਮਹਾਰਾਜ ਵੀ ਕਹਿ ਦਿੰਦੇ ਇੱਕ ਇੱਕ ਸ਼ਬਦ ਵੰਡ ਦਿਓ ਸਾਰਿਆਂ ਨੂੰ, ਤੁਹਾਡਾ ਦੁੱਖ ਰੋਗ ਸੰਤਾਪ ਤੋਂ ਛੁਟਕਾਰਾ ਹੋ ਜਾਏਗਾ। ਪਰ ਮਹਾਰਾਜ ਕਹਿੰਦੇ ਸੁਣੀ ਸੱਚੀ ਬਾਣੀ। ਜਦੋਂ ਤੁਸੀਂ ਧਿਆਨ ਲਾ ਕੇ ਸੁਣਿਆ, ਤੁਹਾਡੇ ਦੁੱਖ ਰੋਗ ਸੰਤਾਪ ਤੋਂ ਛੁਟਕਾਰਾ ਹੋ ਗਿਆ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਨੇ ਇਹ ਨਹੀਂ ਆਖਿਆ ਵੀ ਸ਼ਬਦ ਨੂੰ ਮੜਾ। ਗੁਰੂ ਸਾਹਿਬ ਨੇ ਤਾਂ ਕਿਹਾ ਵੀ ਆ ਤੇਰੇ ਮੁਖ ਵਿੱਚ ਮੈਂ ਸ਼ਬਦ ਦੀਆਂ ਬੂੰਦਾਂ ਪਾ ਦਿਆਂ। ਮੁਖ ਖੋਲ ਆਪਣੇ ਮਨ ਦਾ, ਤੇਰੇ ਮੁਖ ਵਿੱਚ ਸ਼ਬਦ ਦੀਆਂ ਬੂੰਦਾਂ ਪਾ ਦਿਆਂ। ਇਹ ਨਹੀਂ ਕਿਹਾ ਵੀ ਇਹਨੂੰ ਲੈ ਜਾ ਤੇ ਘਰ ਜਾ ਕੇ ਪੀ ਲਈ। ਹਰ ਹਰ ਨਾਮ ਔਖਦ ਮੁਖ ਦੀਆਂ। ਮਹਾਰਾਜ ਨੇ ਹਰੀ ਦੇ ਨਾਮ ਦੀ ਦਵਾਈ ਸਾਡੇ ਮੁਖ ਵਿੱਚ ਪਾਈ। ਆ ਤੁਸੀਂ ਵੇਖੋ ਘਰਾਂ 'ਚ ਆਉਂਦੇ ਆ ਨਾ ਪੋਲੀਓ ਦੀਆਂ ਬੂੰਦਾਂ ਪਿਆਉਣ,
ਉਹ ਬੱਚਾ ਤੇ ਨਹੀਂ ਪੀਂਦਾ, ਰੋਂਦਾ ਹੈ। ਉਹ ਕਈ ਵਾਰੀ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਵੀ ਮੈਂ ਨਹੀਂ ਪੀਣੀਆਂ, ਪਰ ਧੱਕੇ ਨਾਲ ਉਹਦੇ ਹੱਥ ਪੈਰ ਪਕੜ ਕੇ ਉਹਦੇ ਮੂੰਹ ਵਿੱਚ ਬੂੰਦਾਂ ਪਾਈਆਂ। ਕਿਉਂ? ਉਹਦੇ ਭਲੇ ਵਾਸਤੇ, ਕਿ ਆਉਣ ਵਾਲੇ ਟਾਈਮ 'ਚ ਇਹਨੂੰ ਬਿਮਾਰੀ ਕੋਈ ਨਾ ਲੱਗ ਜਾਏ। ਸਭ ਨੇ ਸਾਨੂੰ ਬਾਣੀ ਦਿੱਤੀ, ਤੂੰ ਰੋਜ਼ ਉੱਠ ਕੇ ਆ ਬਾਣੀ ਦੀਆਂ ਬੂੰਦਾਂ ਆਪਣੇ ਮੁੱਖ 'ਚ ਪਾਇਆ ਕਰ, ਆਉਣ ਵਾਲੇ ਟਾਈਮ 'ਚ ਤੈਨੂੰ ਕੋਈ ਭਿਆਨਕ ਰੋਗ ਨਹੀਂ ਲੱਗੇਗਾ, ਨਹੀਂ ਤੈਨੂੰ ਕੋਈ ਭਿਆਨਕ ਮਾਨਸਿਕ ਰੋਗ ਲੱਗੇਗਾ। ਪਰ ਗੱਲ ਤਾਂ ਭਰੋਸੇ ਦੀ ਹੈ। ਗੁਰੂ ਸਾਹਿਬ ਨੇ ਨਾਮ ਦਿੱਤਾ, ਪਾਪ ਕੱਟ ਦਿੱਤੇ, ਆਨੰਦ ਬਣ ਗਿਆ। ਸਾਰੀ ਪੀੜਾ ਦੇ ਨਾਲ ਸਗਲ ਬਿਨਾਸੇ ਦਰਦਾ ਜੀਓ। ਜਿੰਨਾ ਵੀ ਦਰਦ ਸੀ ਅੰਦਰ, ਉਹ ਸਾਰੇ ਦਾ ਸਾਰਾ ਹੀ ਮੁੱਕ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੇਲੇ ਵਜ਼ੀਰ ਖਾਂ ਚੱਲ ਕੇ ਗੁਰੂ ਸਾਹਿਬ ਕੋਲ ਜਿਹਨੂੰ ਪੇਟ ਵਿੱਚ ਜਲੋਦਰ ਦਾ ਰੋਗ ਹੈ, ਪਾਣੀ ਭਰ ਜਾਣਾ, ਬੜਾ ਭਿਆਨਕ ਰੋਗ ਹੈ। ਜਿਹਦੇ ਪੇਟ 'ਚ ਪਾਣੀ ਭਰਨ ਲੱਗ ਜਾਏ ਨਾ, ਉਹਨੂੰ ਪੁੱਛੋ ਕਦੀ ਜਾ ਕੇ ਉਹਦਾ ਹਾਲ ਕੀ ਹੁੰਦਾ ਹੈ। ਉਹ ਤਾਹਾਂ ਮਾਰ ਕੇ ਰੋਂਦਾ ਹੈ। ਇਹ ਵੀ ਰੋਂਦਾ ਹੁੰਦਾ ਸੀ, ਪਰ ਇਹ ਹੈ ਸਮੇਂ ਦੇ ਸਰਕਾਰ ਜਿਹੜੀ ਜਹਾਂਗੀਰ, ਉਹਦੇ ਦਰਬਾਰ ਦਾ ਵਜ਼ੀਰ ਵੀ ਹੈ ਇਹ, ਪਰ ਨਾਲ ਵਜ਼ੀਰ ਖਾਂ ਇਹਦਾ ਨਾਮ ਵੀ ਹੈ। ਹੁਣ ਜਦੋਂ ਕਿ ਕੋਈ ਗੁਰੂ ਕਾ ਪਿਆਰਾ ਇਹਦੇ ਕੋਲੋਂ ਲੰਘਦਾ ਨਾ, ਬਾਣੀ ਪੜ੍ਹਦਿਆਂ ਜਿੰਨਾ ਚਿਰ ਕੰਨਾਂ 'ਚ ਆਵਾਜ਼ ਪੈਂਦੀ, ਇਹਨੂੰ ਆਰਾਮ ਮਿਲਦਾ, ਸਕੂਨ ਮਿਲਦਾ। ਇੱਕ ਦਿਨ ਹੱਥ ਜੋੜ ਕੇ ਕਹਿੰਦਾ, ਭਰਾਵਾ ਇਹ ਕੀ ਬੋਲਦਾ, ਮੈਨੂੰ ਸਕੂਨ, ਮੇਰੇ ਦਰਦ ਪੀੜਾ ਹੀ ਭੁੱਲ ਜਾਂਦੀ ਹੈ। ਉਹਨੇ ਆਖਿਆ ਵੀ ਇਹ ਗੁਰੂ ਸਾਹਿਬ ਦੀ ਬਾਣੀ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਹਨੇ ਆਖਿਆ ਬੈਠ ਫਿਰ ਬਾਣੀ ਸੁਣਾ। ਫਿਰ ਕਿੰਨਾ ਚਿਰ ਬੈਠ ਕੇ ਉਹ ਪਿਆਰੇ ਨੇ ਬਾਣੀ ਸੁਣਾਉਣੀ, ਤੇ ਜਦੋਂ ਬਾਣੀ ਸੁਣਾਉਣੀ ਤੇ ਇਹਨੂੰ ਦਰਦ ਪੀੜਾ ਮਹਿਸੂਸ ਹੀ ਨਹੀਂ ਹੋਣਾ। ਇੱਕ ਦਿਨ ਆਖਿਆ ਵੀ ਸੱਜਣਾ, ਜਦੋਂ ਤੂੰ ਉੱਠ ਕੇ ਜਾਣਾ ਮੈਨੂੰ ਫਿਰ ਦਰਦ ਮਹਿਸੂਸ ਹੁੰਦੀ ਹੈ, ਮੈਂ ਫਿਰ ਪੀੜਾਂ ਵਿੱਚ ਤੜਪਣ ਲੱਗ ਜਾਣਾ। ਇਹ ਸਦਾ ਲਈ ਰੋਗ ਮਿਟ ਨਹੀਂ ਸਕਦਾ। ਉਹ ਕਹਿੰਦੇ ਮਿਟ ਸਕਦਾ। ਇਹ ਜਿਹੜੀ ਬਾਣੀ ਹੈ ਨਾ, ਇਹ ਬਾਣੀ ਦਾ ਵੈਦ ਅੰਮ੍ਰਿਤਸਰ ਸਿਫਤੀ ਦੇ ਘਰ 'ਚ ਬੈਠਾ ਹੈ। ਜਿਹੜਾ ਸਭ ਤੋਂ ਵੱਡਾ ਵੈਦ ਹੈ ਨਾ, ਜਿਹਨੇ ਮੈਨੂੰ ਇਹ ਦਵਾਈ ਦਿੱਤੀ ਹੈ ਨਾਮ ਦੀ, ਉਹ ਅੰਮ੍ਰਿਤਸਰ ਸਿਫਤੀ ਦੇ ਘਰ 'ਚ ਬੈਠਾ ਹੈ। ਜਾਂ ਚਲਾ ਜਾ, ਸਾਰੀ ਉਮਰ ਲਈ ਰੋਗ ਕੱਟਿਆ ਜਾਏਗਾ। ਅੰਮ੍ਰਿਤਸਰ ਸਿਫਤੀ ਦੇ ਘਰ ਆਇਆ। ਸਰੋਵਰ ਦੀ ਸੇਵਾ ਚੱਲਦੀ ਸੀ। ਜਦੋਂ ਸੇਵਾ ਚੱਲਦੀ ਸੀ, ਆ ਕੇ ਹੱਥ ਜੋੜ ਕੇ ਆਖਿਆ, ਮਹਾਰਾਜ ਚੱਲ ਕੇ ਤੁਹਾਡੇ ਦਰ ਤੇ ਆਇਆ, ਰੋਗ ਕੱਟ ਦਿਓ ਮੇਰਾ। ਮਹਾਰਾਜ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕੀਤਾ, ਕਿਉਂਕਿ ਬਾਬਾ ਬੁੱਢਾ ਜੀ ਕਮਾਈ ਵਾਲਾ ਜੀਵਨ ਹੈ। ਆ ਪਿਛਲੇ ਦਿਨੀ ਬੇਨਤੀ ਕੀਤੀ ਆਪ ਜੀ ਨਾਲ, ਉਹ ਕਮਾਈ ਵਾਲੇ ਬੋਲ ਸਨ ਜਿਹਨੇ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਤੀਰ ਮਾਰਿਆ। ਇੱਕ ਬੋਲ ਬੋਲਿਆ ਸੀ ਤੇ ਗੁਰੂ ਅਮਰਦਾਸ ਜੀ ਦੇ ਤੀਰ ਖੁੱਬਾ, ਤੇ ਸਾਰੀ ਰਾਤ ਨੀਂਦ ਨਹੀਂ ਸੀ ਆਈ। ਆਮ ਇਨਸਾਨ ਬੋਲਦਾ ਤੇ ਸ਼ਾਇਦ ਉਹ ਅੰਦਰ ਜਾ ਕੇ ਤੀਰ ਵਾਂਗੂ ਖੁੰਮਦਾ ਨਾ, ਪਰ ਉਹ ਕਮਾਈ ਵਾਲਾ ਸਾਧੂ ਸੀ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਪਰ ਇਹ ਉਹ ਬ੍ਰਹਮ ਗਿਆਨ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ। ਕਹਿੰਦੇ ਨੇ ਇਸ਼ਾਰਾ ਕੀਤਾ, ਰਮਜ ਸਮਝ ਗਏ। ਤੇ ਜਦੋਂ ਰਮਜ ਸਮਝੀ, ਉਹ ਮਿੱਟੀ ਦਾ ਟੋਕਰਾ ਸੀ ਹੱਥ ਵਿੱਚ। ਜਦੋਂ ਕਹਿੰਦੇ ਗੁਰੂ ਸਾਹਿਬ ਨੇ ਤੁਹਾਡੇ ਕੋਲ ਭੇਜਿਆ, ਕਹਿੰਦੇ ਨੇ ਜ਼ੋਰ ਦੀ ਪੇਟ ਵਿੱਚ ਵਗਾ ਕੇ ਮਾਰਿਆ ਤੇ ਸਾਰਾ ਪਾਣੀ ਬਾਹਰ ਆ ਗਿਆ। ਜਦੋਂ ਸਾਰਾ ਪਾਣੀ ਬਾਹਰ, ਪਾਣੀ ਨਹੀਂ ਸੀ ਬਾਹਰ ਆਇਆ, ਅਸਲ 'ਚ ਜਲੋਦਰ ਦਾ ਰੋਗ ਹੀ ਕੱਟ ਕੇ ਰੱਖਤਾ। ਇਤਿਹਾਸ ਦੇ ਪੰਨੇ ਇਹ ਗਵਾਹੀ ਭਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਦਰਦ, ਸਾਰੀ ਪੀੜਾ ਮੇਰੇ ਸਤਿਗੁਰੂ ਨੇ ਨਾਮ ਦੀ ਦਵਾਈ ਦੇ ਕੇ ਅੰਦਰੋਂ ਦੀ ਖਤਮ ਕਰ ਦਿੱਤੀ ਹੈ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜਿਉ। ਜਿਸ ਕਾ ਅੰਗ ਕਰੇ ਮੇਰਾ ਪਿਆਰਾ। ਹੁਣ ਉਹ ਪਿਆਰਾ ਵੀ ਤਾਂ ਹੀ ਹੋਏਗਾ ਨਾ ਜੇ ਉਹਨੂੰ ਪ੍ਰੇਮ ਕਰਾਂਗੇ। ਜੇ ਅਸੀਂ ਉਹਨੂੰ ਪ੍ਰੇਮ ਹੀ ਨਹੀਂ ਕਰਾਂਗੇ ਤੇ ਉਹ ਸਾਡਾ ਪਿਆਰਾ ਕਿਵੇਂ ਬਣ ਜਾਏਗਾ। ਵਾਹਿਗੁਰੂ ਜੀ ਪਿਆਰਾ, ਮੇਰਾ ਪਿਆਰਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਜਿਹੜਾ ਮੇਰਾ ਪਿਆਰਾ ਹੈ ਨਾ,
ਉਹ ਜਿਸ ਕਾ ਅੰਗ ਕਰੇ, ਜਿਹਦੇ ਵੱਲ ਹੋ ਜਾਵੇ, ਜਿਹਨੂੰ ਆਪਣੇ ਗਲ ਨਾਲ ਲਾ ਲਵੇ, ਜਿਹਨੂੰ ਆਪਣੇ ਨਾਲ ਮਿਲਾ ਲਵੇ, ਆਪਣੇ ਨਾਲ ਜਿਹਨੂੰ ਜੋੜ ਲਵੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸਾਹਿਬ ਕਹਿੰਦੇ ਸੋ ਮੁਕਤਾ, ਸੋ ਮੈਨੇ ਉਹ ਜਿਸ ਕਾ, ਜਿਸ ਦੇ ਜਿਹਨੂੰ ਉਹਨੇ ਅੰਗੀਕਾਰ ਕਰ ਲਿਆ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਕਦੋਂ? ਜਦੋਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਜਦੋਂ ਮਾਲਕ ਨੇ, ਮੇਰੇ ਪਿਆਰੇ ਨੇ, ਜਿਸ ਨੂੰ ਆਪਣੇ ਅੰਗ ਦੇ ਨਾਲ ਮਿਲਾ ਕੇ ਆਪਣਾ ਪਿਆਰ ਬਖਸ਼ਿਆ, ਸੋ ਉਹ ਜਿਹਦੀ ਗੱਲ ਹੋ ਰਹੀ ਹੈ, ਮੁਕਤਾ ਸਾਗਰ ਸੰਸਾਰਾ। ਮਹਾਰਾਜ ਜੀ ਕਹਿੰਦੇ ਆ ਉਹ ਇਸ ਸੰਸਾਰ ਸਮੁੰਦਰ ਤੋਂ, ਸੰਸਾਰ ਸਾਗਰ ਤੋਂ ਮੁਕਤ ਹੋ ਗਿਆ। ਉਹਦੇ ਸਾਰੇ ਦੇ ਸਾਰੇ ਬੰਧਨ ਕੱਟੇ ਜਾਂਦੇ ਆ, ਉਹ ਮੁਕਤ ਹੋ ਗਿਆ ਹਰ ਪ੍ਰਕਾਰ ਤੋਂ। ਪਰ ਅਸੀਂ ਵੀ ਤੇ ਮਾਣ ਨਾਲ ਕਹੀਏ, ਮਾਲਕ ਜੀ ਜੇ ਤੂੰ ਮੇਰੇ ਵੱਲ ਹੈ ਤੇ ਮੈਨੂੰ ਕਾਹਦੀ ਚਿੰਤਾ ਹੈ, ਜੇ ਤੂੰ ਮੇਰਾ ਪੱਖ ਪੂਰਦਾ ਹੈ ਤੇ ਮੈਨੂੰ। ਪਰ ਧਿਆਨ ਰੱਖਿਓ, ਮਾੜਿਆਂ ਦਾ ਪੱਖ ਨਹੀਂ ਮਾਲਕ ਨੇ ਪੂਰਨਾ। ਜਿਹੜੇ ਮਨ ਦੇ ਖੋਟੇ ਨੇ, ਬੁਰਾ ਮੰਗਣ ਵਾਲੇ ਨੇ, ਉਹਨਾਂ ਦਾ ਪੱਖ ਨਹੀਂ ਪੂਰਨਾ। ਮੇਰੇ ਮਾਲਕ ਨੇ ਉਹਨਾਂ ਦਾ ਪੱਖ ਪੂਰਨਾ ਹੈ, ਜਿਹੜੇ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਮਾਲਕ ਜੀ ਮੈਂ ਸਰਬੱਤ ਦਾ ਭਲਾ ਮੰਗਦਾ। ਮਹਾਰਾਜ ਕਹਿੰਦੇ ਮੈਂ ਤੇਰੇ ਨਾਲ ਖੜਾ। ਜੇ ਤੂੰ ਸਰਬ ਲੋਕਾਈ ਵਿੱਚ ਹਰ ਇੱਕ ਦੀ ਮਦਦ ਕਰਨ ਨੂੰ ਤਿਆਰ ਹੈ, ਲੋੜਵੰਦ ਦੀ ਲੋੜ ਸਹਾਇਤਾ ਕਰਨ ਵਾਸਤੇ ਤਿਆਰ ਹੈ, ਮੈਂ ਤੇਰੇ ਨਾਲ ਖਲੋਤਾ, ਫਿਰ ਤੈਨੂੰ ਕਦੇ ਵੀ ਲੜ ਖੜਾਉਣ ਨਹੀਂ ਦਿਆਂਗਾ। ਇੱਥੇ ਕਹਿੰਦੇ ਨੇ ਸਤ ਕਰੇ ਜਿਨ ਗੁਰੂ ਪਛਾਤਾ। ਹੁਣ ਅਸੀਂ ਗੁਰੂ ਗੁਰੂ ਕਰੀ ਤੇ ਜਾਂਦੇ ਹਾਂ, ਪਰ ਗੁਰੂ ਪਛਾਤਾ ਹੈ। ਅਸੀਂ ਗੁਰੂ ਗੁਰੂ ਕਰੀ ਤਾਂ ਜਾਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਤ ਕਰਕੇ ਮੰਨਿਆ ਵੀ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ ਤਾਂ ਕਹੀ ਜਾਂਦੇ ਆ, ਪਰ ਕੀ ਗੁਰੂ ਨੂੰ ਸਤ ਕਰਕੇ ਮੰਨਿਆ ਵੀ ਹੈ? ਪੜ੍ਹ ਜ਼ਰੂਰ ਰਹੇ ਆ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਪਰ ਕੀ ਸਤ ਕਰਕੇ ਮੰਨਦੇ ਵੀ ਆ? ਜੇ ਮੰਨਦੇ ਆ ਤੇ ਫਿਰ ਗੁਰਬਾਣੀ ਦਾ ਅਦਬ ਵੀ ਹੋਣਾ ਚਾਹੀਦਾ, ਸਤਿਕਾਰ ਵੀ ਪੂਰਾ ਹੋਣਾ ਚਾਹੀਦਾ। ਹੁਣ ਕੀ ਆਖਿਆ ਮਹਾਰਾਜ ਨੇ? ਸਾਹਿਬ ਕਹਿੰਦੇ ਸਤ ਕਰੇ, ਸਤ ਕਰਕੇ ਜਿਨ ਗੁਰੂ ਪਛਾਤਾ, ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ, ਸੋ ਕਾਹੇ ਕੋ ਡਰਦਾ ਜੀਓ। ਉਹ ਕਾਹਦੇ ਲਈ ਡਰੇਗਾ? ਉਹਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਜਾਂਦਾ। ਇੱਥੋਂ ਤੱਕ ਈਵਨ ਉਹਦੇ ਅੰਦਰੋਂ ਮੌਤ ਦਾ ਭੈ ਵੀ ਨਿਕਲ ਜਾਂਦਾ ਹੈ। ਉਹ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਰਹਿੰਦਾ, ਕਿਉਂਕਿ ਉਹਨੇ ਪਛਾਣ ਲਿਆ ਕਿ ਗੁਰੂ ਕੀ ਹੈ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਉਹਨੂੰ ਸਮਝ ਆ ਗਈ ਗੁਰੂ ਕੀ ਹੈ। ਜਾਹਰ ਪੀਰ ਜਗਤ ਗੁਰੂ। ਬਾਬਾ ਅਸੀਂ ਦੁਨੀਆ ਦੇ ਪੀਰਾਂ ਤੋਂ ਡਰੀ ਜਾਂਦੇ ਹਾਂ, ਉਹਨਾਂ ਦੀਆਂ ਕਬਰਾਂ ਤੋਂ ਅਸੀਂ ਡਰੀ ਜਾਂਦੇ ਹਾਂ, ਪਰ ਐਡਾ ਵੱਡਾ ਪੀਰ ਬੈਠਾ ਉਹਨੂੰ ਪਛਾਣਿਆ ਹੀ ਕੋਈ ਨਹੀਂ। ਪਰ ਜਿਹਨੇ ਐਡੇ ਵੱਡੇ ਪੀਰ ਨੂੰ, ਜਿਉਂਦੇ ਜਾਗਦੇ ਪੀਰ ਨੂੰ ਪਛਾਣ ਲਿਆ, ਉਹ ਕਦੇ ਕਿਸੇ ਪੀਰ ਦਾ ਭੈ ਅੰਦਰ ਨਹੀਂ ਰੱਖਦਾ। ਜਿਹਨੇ ਆ ਗੁਰੂ ਨੂੰ ਪਛਾਣ ਲਿਆ, ਉਹਦੇ ਅੰਦਰ ਕਿਸੇ ਪ੍ਰਕਾਰ ਦਾ ਭੈ, ਡਰ, ਖੌਫ ਰਹਿ ਨਹੀਂ ਜਾਂਦਾ ਉਹਦੇ ਅੰਦਰ, ਕਿਉਂਕਿ ਉਹਨੂੰ ਸਮਝ ਆ ਗਈ ਮੇਰਾ ਗੁਰੂ ਮਰਦ ਅਗੰਬੜਾ ਹੈ, ਉਹ ਪੀਰਾਂ ਦਾ ਪੀਰ ਹੈ, ਉਹ ਮਰਦ ਅਗੰਬੜਾ ਹੈ, ਉਹ ਦਲ ਭੰਜਨ ਗੁਰੂ ਸੂਰਮਾ ਹੈ, ਉਹ ਐਸਾ ਮਹਾਬਲੀ ਹੈ ਕਿ ਜਿਹੜਾ ਸਾਡੇ ਉੱਤੇ ਆਉਣ ਵਾਲੇ ਸੰਕਟ ਨੂੰ ਵੀ ਦੂਰ ਕਰਕੇ ਰੱਖ ਸਕਦਾ ਹੈ। ਉਹ ਦੋ ਲੋਕਾਂ ਵਿੱਚ ਸਾਡੇ ਪਰਦੇ ਕੱਜਣ ਵਾਲਾ ਐਸਾ ਬਲੀ ਸੂਰਮਾ ਸਤਿਗੁਰੂ ਹੈ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਉਹ ਨਹੀਂ ਡਰਦਾ। ਕਦੇ ਜੀਵਨ ਵਿੱਚ ਝਾਤ ਮਾਰੀਏ, ਜਿਨ੍ਹਾਂ ਅੰਦਰ ਇਹ ਬਖਸ਼ਿਸ਼ ਹੈ, ਮੁਬਾਰਕ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਿਆ, ਮੁਬਾਰਕ ਹੈ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਮੰਗਲਵਾਰ ਡਰੀ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਵੀਰਵਾਰ ਡਰੀ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਵੀ ਸ਼ਨੀਵਾਰ ਡਰੀ ਜਾਂਦੇ ਆ, ਫਿਰ ਕਹਿ ਸਕਦੇ ਆ ਜਿਨੀ ਗੁਰੂ ਪਛਾਤਾ? ਨਹੀਂ ਪਛਾਣਿਆ। ਹਜੇ ਵੀ ਅਸੀਂ ਧਾਗੇ ਤਵੀਤ ਤੋਂ ਡਰੀ ਜਾਂਦੇ ਆ। ਹੈਰਾਨੀ ਹੁੰਦੀ ਹੈ, ਜਿਸ ਘਰ 'ਚ ਰੋਜ਼ ਪਾਠ ਚੱਲਦਾ, ਨਿਤਨੇਮ ਚੱਲਦਾ,
ਉਹ ਵੀ ਆ ਕੇ ਕਹਿੰਦਾ ਵੀ ਪਤਾ ਨਹੀਂ ਸਾਡੇ ਘਰ ਕਿਸੇ ਨੇ ਕੁਝ ਕਰ ਦਿੱਤਾ ਹੈ, ਸਾਡੇ ਘਰੋਂ ਅੱਜ ਆਹ ਚੀਜ਼ ਨਿਕਲੀ ਹੈ ਜੀ, ਪਤਾ ਨਹੀਂ ਅਸੀਂ ਤੇ ਡਰੇ ਪਏ ਆ। ਉਦੋਂ ਦੇ ਪਾਠ ਕਰਦੇ ਹੋ? ਹਾਂਜੀ, ਰੋਜ਼ ਅਸੀਂ 5 ਬਾਣੀਆਂ ਦਾ ਪਾਠ ਉੱਠ ਕੇ ਕਰਦੇ ਹਾਂ। ਫਿਰ ਕਰਨ ਦਾ ਫਾਇਦਾ ਕੀ ਹੈ? ਡਰ ਤੇ ਅੰਦਰ ਬੈਠਾ ਹੋਇਆ ਹੈ, ਅੰਦਰ ਤੇ ਭੈ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ। ਵਾਹਿਗੁਰੂ ਜੀ ਮਿਹਰ ਕਰਨ। ਮਹਾਰਾਜ ਕਹਿੰਦੇ ਸਨ ਕਿ ਜਿਹਨੇ ਨਾਮ ਦਾ ਅਭਿਆਸ ਕੀਤਾ ਹੈ ਉਹਨਾਂ ਨੂੰ ਤੇ ਮਾੜੀ ਨਜ਼ਰ ਵੀ ਟੱਚ ਨਹੀਂ ਕਰ ਸਕਦੀ, ਉਹਦਾ ਤੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਤੇ ਤੁਸੀਂ ਅਜੇ ਇਹਨਾਂ ਚੀਜ਼ਾਂ ਦੇ ਭੈ ਵਿੱਚ ਪਏ ਹੋਏ ਹੋ। ਤੰਤ ਮੰਤ ਨ ਜੋਹਈ ਤਿਤ ਚਾਖ ਨਾ ਲੱਗੈ। ਅਸੀਂ ਨਿਤਨੇਮ ਕਰਕੇ ਘਰੋਂ ਨਿਕਲੇ ਤੇ ਅਸੀਂ ਆਖਿਆ ਅੱਜ ਬੁਰੀ ਨਜ਼ਰ ਕਿਸੇ ਦੀ ਮੇਰੇ ਤੇ ਪੈ ਗਈ, ਪਰ ਨਿਤਨੇਮ ਕਰਨ ਦਾ ਕੀ ਫਾਇਦਾ ਹੋਇਆ? ਜੇ ਬਾਹਰ ਨਿਕਲਦਿਆਂ ਕਿਸੇ ਦੀ ਬੁਰੀ ਨਜ਼ਰ ਹੀ ਸਾਡੇ ਤੇ ਪੈਣੀ ਆ, ਫਿਰ ਨਾਮ ਦਾ ਜਪਣ ਦਾ ਕੀ ਲਾਭ ਹੋਇਆ? ਮਹਾਰਾਜ ਕਹਿੰਦੇ ਇਹਨੂੰ ਪਛਾਣੋ, ਇਹ ਉਹ ਗੁਰੂ ਹੈ ਜਿਹੜਾ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਹੈ, ਜਿਹੜਾ ਤੁਹਾਨੂੰ ਮਾੜੀ ਨਜ਼ਰ ਤੋਂ ਬਚਾਉਂਦਾ ਹੈ, ਮਾੜੇ ਸਮੇਂ ਤੋਂ ਬਚਾਉਂਦਾ ਹੈ। ਜਿਹਨੇ ਪਛਾਣ ਲਿਆ ਸੋ ਕਾਹੇ ਕੋ ਡਰਦਾ ਜੀਓ। ਉਹ ਕਿਉਂ ਡਰੇਗਾ? ਉਹ ਤਾਂ ਮੌਤ ਤੋਂ ਵੀ ਨਹੀਂ ਡਰਦਾ, ਉਹ ਤਾਂ ਆਰਿਆਂ ਦੇ ਦੰਦਿਆਂ ਤੋਂ ਵੀ ਨਹੀਂ ਡਰਦਾ, ਉਹ ਤੇ ਜੰਗਲਾਂ ਵਿੱਚ ਰਹਿ ਕੇ ਵੀ ਨਹੀਂ ਡਰਦਾ, ਉਹ ਤੇ ਭੁੱਖਣ ਭਾਣੇ ਰਹਿ ਕੇ ਵੀ ਨਹੀਂ ਘਬਰਾਉਂਦਾ। ਸਾਡੇ ਕੋਲ ਸਾਰਾ ਕੁਝ ਹੈ, ਅਸੀਂ ਫਿਰ ਡਰੀ ਜਾਂਦੇ ਹਾਂ ਕਿਉਂਕਿ ਅਸੀਂ ਪਛਾਣਿਆ ਨਹੀਂ ਹੈ। ਜਿਨ੍ਹਾਂ ਨੇ ਪਛਾਣਿਆ ਮੁਬਾਰਕ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹੋ ਗਈ ਬਲਾਏ। ਸਾਸ ਸਾਸ ਹਰ ਗਾਵੇ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਜਬ ਤੇ ਸਾਧੂ ਸੰਗਤ ਪਾਏ, ਜਦੋਂ ਤਿਉ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਜਿੱਥੇ ਤੁਸੀਂ ਬੈਠੇ ਹੋ, ਜਦੋਂ ਦੀ ਗੁਰੂ ਦੀ ਸੰਗਤ ਨੂੰ ਪਾ ਲਿਆ, ਗੁਰ ਭੇਟਤ ਗੁਰੂ ਨੂੰ ਮਿਲਿਆ। ਇੱਥੇ ਵੈਸੇ ਰਾਰਾ ਮੁਕਤ ਹੈ, ਜਦੋਂ ਗੁਰੂ ਦੀ ਸੰਗਤ ਵਿੱਚ ਗਿਆਨ ਮਿਲ ਗਿਆ, ਕਿਉਂਕਿ ਅਗਿਆਨਤਾ ਹੀ ਡਰਾਉਂਦੀ ਹੈ, ਅਗਿਆਨਤਾ ਹੀ ਵਹਿਮ ਵਿੱਚ ਪਾਉਂਦੀ ਹੈ, ਭਰਮ ਵਿੱਚ ਪਾਉਂਦੀ, ਗਿਆਨ ਵਹਿਮ ਵਿੱਚ ਪਾਉਂਦਾ ਨਹੀਂ। ਗਿਆਨ ਡਰ ਨਹੀਂ ਪੈਦਾ ਕਰਦਾ, ਗਿਆਨ ਅੰਦਰੋਂ ਡਰ ਕੱਢਦਾ ਹੈ। ਜਦੋਂ ਸੰਗਤ ਮਿਲੀ ਗੁਰੂ ਦੀ, ਗਿਆਨ ਦਾ ਮਿਲਾਪ ਹੋਇਆ, ਹਉ ਗਈ ਬਲਾਏ। ਜਿਹੜੀ ਅਸਲ ਬਲਾ ਚਿਮੜੀ ਹੋਈ ਸੀ, ਜਿਹੜੀ ਬਲਾ ਨਹੀਂ ਸੀ ਚਿਮੜੀ, ਉਹਦਾ ਡਰ ਬਿਠਾ ਦਿੱਤਾ, ਤੇ ਜਿਹੜੀ ਬਲਾ ਅੰਦਰ ਚਿਮੜੀ ਸੀ ਉਹਦਾ ਧਿਆਨ ਹੀ ਕੋਈ ਨਹੀਂ ਆਇਆ। ਗੁਰੂ ਸਾਹਿਬ ਨੇ ਅੰਦਰੋਂ ਹਉ ਹਉ ਮੈਂ ਹਉਮੈ ਦੀ ਬਲਾ ਅੰਦਰੋਂ ਕੱਢ ਕੇ ਬਾਹਰ ਸੁੱਟ ਦਿੱਤੀ। ਅੰਦਰ ਹਉਮੈ ਦੀ ਜਿਹੜੀ ਬਲਾ ਸੀ ਨਾ, ਉਹ ਗੁਰੂ ਤੋਂ ਗਿਆਨ ਮਿਲਿਆ ਤੇ ਅੰਦਰੋਂ ਉਹ ਚਲੀ ਗਈ। ਜਦੋਂ ਹੰਕਾਰ ਦੀ ਬਲਾ ਟਲ ਗਈ, ਸਾਸ ਸਾਸ ਹਰ ਗਾਵੈ ਨਾਨਕ। ਨਾਨਕ ਜੀ ਕਹਿੰਦੇ ਮੈਂ ਵੀ ਗਾਉਣਾ। ਥੋੜਾ ਸ਼ਬਦ ਵੱਲ ਧਿਆਨ ਦੇਣਾ। ਪਹਿਲੇ ਪਦੇ ਵਿੱਚ ਮਹਾਰਾਜ ਨੇ ਕਿਹਾ ਸੀ ਮੈਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋਂ, ਤੇ ਅਖੀਰਲੀ ਪੰਕਤੀ ਵਿੱਚ ਨਾਨਕ ਕੱਕੇ ਨੂੰ ਔਂਕੜ ਲੱਗ ਗਈ। ਆਪਣੀ ਵੀ ਗੱਲ ਕਰਦੇ ਆ ਵੀ ਮੈਂ ਵੀ ਧਿਆਉਣਾ, ਤੁਸੀਂ ਵੀ ਧਿਆਓ, ਮੈਂ ਵੀ ਧਿਆਉਣਾ, ਤੁਸੀਂ ਵੀ ਧਿਆਉਣਾ ਕਰੋ। ਕਿਉਂਕਿ ਮਹਾਰਾਜ ਕਹਿੰਦੇ ਆਪ ਜਪੋ ਅਵਰਾਹ ਨਾਮ ਜਪਾਵੋ। ਪਹਿਲਾਂ ਆਪ ਜੁੜੋ ਫਿਰ ਦੂਜਿਆਂ ਨੂੰ ਜੋੜੋ। ਇਸ ਲਈ ਸਾਹਿਬ ਕਹਿੰਦੇ ਨੇ ਸਾਸ ਸਾਸ ਗਾਵੈ ਹਰ ਗਾਵੈ ਨਾਨਕ। ਹੁਣ ਮੈਂ ਵੀ ਉਸ ਸਵਾਸ ਸਵਾਸ ਮਾਲਕ ਦੇ ਗੁਣ ਗਾਉਣਾ, ਤੁਸੀਂ ਵੀ ਗੁਰੂ ਵਾਲੇ ਬਣ ਜਾਓ। ਗੁਰੂ ਦੀ ਸੰਗਤ ਵਿੱਚ ਆਇਆ ਕਰੋ, ਸੰਗਤ ਵਿੱਚ ਬੈਠ ਕੇ ਆ ਨਾਮ ਦੀ ਦਵਾਈ ਲਿਆ ਕਰੋ, ਆ ਖੁਰਾਕ ਲਿਆ ਕਰੋ। ਸਮੇਂ ਸਿਰ ਆ ਕੇ ਗੁਰੂ ਕੋਲੋਂ ਗੁਰਬਾਣੀ ਦੀ ਕੀਰਤਨ ਰੂਪ ਵਿੱਚ ਖੁਰਾਕ ਲੈ ਲਓ, ਕਥਾ ਦੇ ਰੂਪ ਵਿੱਚ ਲੈ ਲਓ, ਗੁਰੂ ਸਾਹਿਬ ਦੇ ਹੁਕਮ ਦੇ ਰੂਪ ਵਿੱਚ ਲੈ ਲਓ, ਗੁਰਬਾਣੀ ਦੇ ਪਾਠ ਰੂਪ ਵਿੱਚ ਲੈ ਲਓ। ਕਿਸੇ ਤਰ੍ਹਾਂ ਤਾਂ ਲਓ, ਕਿਸੇ ਪ੍ਰਕਾਰ ਤੇ ਇਹ ਖੁਰਾਕ ਤੁਹਾਡੇ ਅੰਦਰ ਜਾਵੇ। ਜਦੋਂ ਇਹ ਖੁਰਾਕ ਗੁਰੂ ਦੀ ਸੰਗਤ ਵਿੱਚ ਆ ਕੇ ਲਓਗੇ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਅੰਦਰ ਦੇ ਪਰਦੇ ਮੇਰੇ ਸਤਿਗੁਰੂ ਨੇ ਢੱਕ ਦੇਣੇ ਆ। ਇਹ ਪਰਦੇ ਹੀ ਕੱਜੇ ਸੀ, ਜਿਨੇ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ। ਇਹ ਪਰਦੇ ਹੀ ਮਹਾਰਾਜ ਨੇ ਕੱਜੇ ਸਨ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਡਰਦਾ ਜੀਓ। ਇਹ ਅੰਦਰ ਦੇ ਪਰਦੇ ਕੱਜ ਦਿੱਤੇ। ਮੈਂ ਇਸ ਯੋਗ ਨਹੀਂ ਸਾਂ
मैं ते निर्गुण भाव गुणा तो हीना सा, पर सतगुरु ने संगत विच बिठा के नानक निर्गुण गुण करे, गुणवंतियां गुण दे। मेरे वर्गे निगुणे नूं भी गुण बख्श के ते आ नाम दी खुराक दे के अंदर दे पड़दे कज के मेरा लोक ते मेरा परलोक सवार दिता। आप भी जुड़िए, होरां नूं भी जोड़िए, आप भी बाणे बाणी दी कदर करिए ते दूजियां नूं भी दसीए कि बाणी ते बाणी दी कदर करिया करो ते आके बेनतियां करिया करो। नानक घर के गोले, नानक घर के गोले, नानक नानक घर के गोले, नानक घर के गोले। तुमरी शरण तुम्हारी आसा, तुमरी शरण तुम्हारी आसा। तुम ही सज्जन सोहेले, तुम ही सज्जन सोहेले। राखो राखन हार दयाला, राखो राखन हार दयाला। राखो राखन हार दयाला, राखो राखन हार दयाला। नानक घर के गोले, नानक घर के गोले। आप भी गुरु वाले बन के होरां नूं भी गुरु चरनां नाल जोड़दे रहिए, ताकि लोक सुखीए परलोक सुहेले। नानक हर प्रभ आपे मिले जीवन बन सके। अज दी विचार करदिआं बेअंत भुल्लां होईआं सतगुरु बख्श देण, मेहर दा हथ रखण। गुरु अर्जन देव पातशाह जी दे पावन बचन अपने हिरदे अंदर वसा लईए जी। जब ते साधु संगत पाए, गुर पेटत हो गई बलाए। सास सास हर गावे नानक, सतगुर ढाक लिया मेरा पड़दा जियो। वाहिगुरु जी का खालसा, वाहिगुरु जी की फतेह।